कर रहे हो। कबीर सिख साखा बहुते किए, केशो कियो न मीत, चाले थे हर मिलन को, बीचै अटक्यो चीत। सिख साखा दा मतलब चेले चाटड़े, चेले बाल के। केशो दा मतलब अकाल पुरख, मीत दा मतलब मित्र। कबीर जी कहते ने जिन्हां ने रब नूं मित्र ना बनाया, पर प्रभु दे नाल सांझ पाण दी बजाय चेले चाटड़े बहुत बना ले। चाले थे हर मिलन को, बीचे अटक्यो चीत। चले ते सन रब नूं मिलण वास्ते घर दा गृहस्थ दा त्याग करके, लेकिन उन्हां दा मन राह दे विच ही अटक गया। चेलियां चाटड़ियां तो सेवा पूजा कराण विच ही ਉਹ रुझ गए ते प्रभु दी याद जिहड़ी सी ਉਹ नसीब ना हुई ते ना ही ਜਿਹੜਾ ਅਸੀਂ ਕੱਲ ਵਿਚਾਰ ਕੀਤਾ ਸੀ ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੋਰ, ਨਾ ਹੀ ਉਹ ਜਗ੍ਹਾ ਮਿਲੀ ਸ਼ਾਂਤੀ ਵਾਲੀ। ਹੁਣ ਇੱਥੇ ਉਹਨਾਂ ਲੋਕਾਂ ਦੇ ਉੱਤੇ ਕਰਾਰੀ ਚੋਟ ਹੈ ਜੋ ਲੋਕ ਸੰਸਾਰ ਨੂੰ ਗ੍ਰਸਤ ਨੂੰ ਤਿਆਗ ਕੇ ਔਰ ਇਹ ਸਮਝਦੇ ਹਨ ਕਿ ਇਹ ਤਿਆਗ ਦਾ ਮਾਰਗ ਹੀ ਪ੍ਰਭੂ ਮਿਲਾਪ ਦਾ ਮਾਰਗ ਹੈ। ਤਾਂ ਕਬੀਰ ਜੀ ਕਹਿੰਦੇ ਹਨ ਇਹ ਕੋਈ ਮਾਰਗ ਨਹੀਂ ਹੈ ਪ੍ਰਭੂ ਮਿਲਾਪ ਦਾ, ਸਗੋਂ ਇਹ ਲੋਕ ਤੁਰੇ ਤੇ ਸਨ ਕਿ ਅਸੀਂ ਰੱਬ ਨੂੰ ਮਿਲਣਾ ਹੈ। ਘਰ-ਬਾਰ ਤੇ ਇਸ ਕਰਕੇ ਛੱਡਿਆ ਸੀ, ਮਾਂ-ਬਾਪ ਛੱਡੇ, ਭੈਣ ਭਰਾ ਛੱਡੇ, ਪ੍ਰੋਪਰਟੀ ਛੱਡੀ, ਸੰਸਾਰ ਛੱਡਿਆ। ਲੇਕਿਨ ਅੱਗੇ ਚੱਲ ਕੇ ਕੀ ਹੋਇਆ? ਚਾਲੇ ਥੇ ਹਰ ਮਿਲਨ ਕੋ, ਜਾਂ ਮਤਲਬ ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸ਼ੋ ਕੀਓ ਨਾ ਮੀਤ। ਰੱਬ ਨੂੰ ਤੇ ਮਿੱਤਰ ਬਣਾਇਆ ਨਹੀਂ, ਰੱਬ ਦੀ ਰਜਾ ਵਿੱਚ ਨਹੀਂ ਤੁਰੇ, ਰੱਬੀ ਗੁਣਾਂ ਨੂੰ ਆਪਣੇ ਮਿੱਤਰ ਨਹੀਂ ਬਣਾਇਆ, ਸਾਰੇ ਸੰਸਾਰ ਦੇ ਅੰਦਰ ਰੱਬ ਨੂੰ ਨਹੀਂ ਵੇਖਿਆ, ਹਰ ਇਨਸਾਨ ਵਿੱਚ ਰੱਬ ਨੂੰ ਨਹੀਂ ਵੇਖਿਆ। ਲੇਕਿਨ ਸਿੱਖ ਸਾਖਾ ਬਹੁਤੇ ਕੀਏ, ਚੇਲੇ ਚਾਟੜੇ ਬੜੇ ਬਣਾ ਲਏ। ਆਪ ਗੁਰੂ ਬਣ ਬੈਠੇ, ਆਪ ਬਾਬੇ ਬਣ ਬੈਠੇ, ਔਰ ਅੱਗੇ ਚੇਲੇ ਬਣਾ ਲਏ ਬਹੁਤ ਸਾਰੇ, ਔਰ ਵਿੱਚ ਹੀ ਚਿੱਤ ਜਿਹੜਾ ਸੀ ਅਟਕ ਗਿਆ, ਭਾਵ ਕਿ ਚੇਲਿਆਂ ਚਾਟੜਿਆਂ ਦੇ ਅੰਦਰ ਹੀ ਅਟਕ ਕੇ ਰਹਿ ਗਏ ਔਰ ਆਪਣੇ ਵੱਖਰੇ ਵੱਖਰੇ ਮਾਰਗ ਚਲਾ ਲਏ। ਔਰ ਅਨੇਕਾਂ ਕਰਮ ਕਾਂਡਾਵਾਂ ਦੇ ਜਿੱਥੇ ਆਪ ਉਲਝੇ ਉੱਥੇ ਲੋਕਾਂ ਨੂੰ ਵੀ ਉਲਝਾਇਆ। ਕਿਉਂਕਿ ਸਾਡੇ ਦੇਸ਼ ਦੇ ਅੰਦਰ ਖਾਸ ਕਰਕੇ ਇੰਡੀਆ ਵਿੱਚ ਗੁਰੂ ਧਾਰਨ ਬਾਰੇ ਜ਼ੋਰ ਦਿੱਤਾ ਗਿਆ ਹੈ, ਔਰ ਉਸ ਗੁਰੂ ਧਾਰਨ ਕਰਨ ਕਰਕੇ ਬਹੁਤ ਸਾਰੇ ਐਸੇ ਲੋਕ ਜਿਹੜੇ ਅਗਿਆਨੀ ਸਨ, ਜਾਂ ਜਿਹੜੇ ਬਹੁਤ ਚਲਾਕ ਕਿਸਮ ਦੇ ਲੋਕ ਸਨ, ਜਾਂ ਜਿਹੜੇ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਨ ਵਾਲੇ ਸਨ, ਉਹ ਲੋਕ ਗੁਰੂ ਬਣ ਬੈਠੇ ਔਰ ਉਹਨਾਂ ਨੇ ਅੱਗੋਂ ਆਪਣੇ ਕੰਨਾਂ ਦੇ ਵਿੱਚ ਮੰਤਰ ਦੇਣਾ ਸ਼ੁਰੂ ਕਰ ਦਿੱਤਾ, ਆਪਣੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਵੱਡੀਆਂ ਸੰਪਰਦਾਵਾਂ ਚਲਾ ਲਈਆਂ, ਔਰ ਰੱਬ ਦੇ ਨਾਮ ਤੇ ਧਰਮ ਦੇ ਨਾਮ ਤੇ ਹੀ ਬਹੁਤ ਵੱਡੀ ਦੁਕਾਨਦਾਰੀ ਚੱਲ ਗਈ, ਔਰ ਅਨੇਕਾਂ ਲੋਕਾਂ ਨੂੰ ਜਿਹੜਾ ਸੱਚ ਦੇ ਰਾਹ ਤੋਂ ਭਟਕਾ ਦਿੱਤਾ। ਔਰ ਇੰਨਾ ਭਟਕਾਇਆ ਕਿ ਜਿਸ ਸਮੇਂ ਦੀਆਂ ਇਹ ਗੱਲਾਂ ਨੇ ਭਗਤ ਕਬੀਰ ਜੀ ਜਾਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ, ਭਗਤ ਰਵਿਦਾਸ ਜੀ ਜਾਂ ਬਾਣੀਕਾਰ ਕਰ ਰਹੇ ਨੇ, ਅੱਜ ਤੋਂ 500 ਸਾਲ ਪਿੱਛੇ ਚਲੇ ਜਾਓ, ਜਿੱਥੇ ਬ੍ਰਾਹਮਣ, ਕਸ਼ਤਰੀ, ਸ਼ੂਦਰ, ਵੈਸ਼ ਦੇ ਵਿੱਚ 4 ਵਰਨਾਂ ਦੇ ਵਿੱਚ ਮਨੁੱਖਤਾ ਵੰਡੀ ਹੋਈ ਸੀ, ਜਿੱਥੇ ਔਰਤ ਦੀ ਦੁਰਦਸ਼ਾ ਸੀ, ਜਿੱਥੇ ਰਾਜਨੀਤਿਕ ਲੋਕ ਠੱਗੀਆਂ ਠੋਰੀਆਂ ਮਾਰ ਰਹੇ ਸਨ, ਤੇ ਉੱਥੇ ਇਹ ਲੋਕ ਰੱਬ ਨੂੰ ਮਿਲਾਉਣ ਦੀਆਂ ਗੱਲਾਂ ਕਰ ਰਹੇ ਸਨ। ਉੱਥੇ ਇਹਨਾਂ ਨੇ ਆਪਣੀ ਦੁਕਾਨਦਾਰੀ ਵੱਖਰੀ ਚਲਾਈ ਹੋਈ ਸੀ, ਔਰ ਸਮਾਜ ਸੁਧਾਰ ਦੀ ਜਾਂ ਸੰਸਾਰ ਵਿਸ਼ਵ ਸ਼ਾਂਤੀ ਦੀ ਜਾਂ ਉੱਚੇ ਸੁੱਚੇ ਜੀਵਨ ਦੀ ਜਾਂ ਪ੍ਰਭੂ ਮਿਲਾਪ ਦੀ ਜਿਹੜੀ ਗੱਲ ਹੈ ਉਹ ਨਹੀਂ ਕੀਤੀ ਗਈ। ਭਗਤ ਕਬੀਰ ਜੀ ਨੇ ਉਲਾਮਾ ਵੀ ਦਿੱਤਾ ਹੈ ਔਰ ਸਾਨੂੰ ਇੱਕ ਸਿੱਧਾ ਰਾਸਤਾ ਵੀ ਦਿਖਾਇਆ ਹੈ। ਉਹ ਕਹਿਣ ਲੱਗੇ ਕਿ ਇਹ ਬ੍ਰਾਹਮਣ, ਇਹ ਪੁਜਾਰੀ, ਤੁਸੀਂ ਯੁਗਾਂ ਤੋਂ ਸਾਨੂੰ ਆਪਣੀਆਂ ਗਾਵਾਂ ਸਮਝਦੇ ਰਹੇ ਹੋ ਤੇ ਆਪ ਸਾਡੇ ਗਵਾਲੇ ਬਣੇ ਹੋ, ਸਾਡੇ ਮਾਲਕ, ਰਾਹ ਦਸੇਰੇ ਬਣੇ ਹੋਏ ਹੋ। ਹਮ ਗੋਰੂ ਤੁਮ ਗਵਾਰ ਗੁਸਾਈ, ਸਦਾ ਸਦਾ ਰਖਵਾਰੇ। ਕੀ ਇਹ ਬ੍ਰਾਹਮਣ ਦੇਵਤਾ, ਪੁਜਾਰੀ ਜਾਂ ਬਾਬਾ ਜੀ, ਤੁਸੀਂ ਸਾਨੂੰ ਆਪਣੀਆਂ ਗਾਵਾਂ ਸਮਝਦੇ ਹੋ। ਹਮ ਗੋਰੂ ਦਾ ਮਤਲਬ ਅਸੀਂ ਤੁਹਾਡੀਆਂ ਗਾਵਾਂ, ਤੁਮ ਗਵਾਰ ਗੁਸਾਈ, ਗਵਾਰ ਦਾ ਮਤਲਬ ਗਵਾਲਾ, ਗੁਸਾਈ ਦਾ ਮਤਲਬ ਮਾਲਕ, ਤੁਸੀਂ ਸਾਡੇ ਮਾਲਕ ਬਣੇ ਹੋਏ ਹੋ। ਸਦਾ ਸਦਾ ਰਖਵਾਰੇ, ਤੁਸੀਂ ਸਦਾ ਸਾਨੂੰ ਆਪਣੇ ਆਪ ਨੂੰ ਸਾਡੇ ਰਖਵਾਲੇ ਸਮਝਦੇ ਹੋ ਕਿ ਸਾਡੇ ਜੀਵਨ ਦੀ ਰਾਖੀ ਕਰਨ ਵਾਲੇ ਹੋ। ਪਰ ਕਬੀਰ ਜੀ ਕਹਿੰਦੇ ਨੇ, ਕਬਹੂ ਨਾ ਪਾਰ ਉਤਾਰ ਚਰਾਏ ਹੋ, ਕੈਸੇ ਖਸਮ ਹਮਾਰੇ।
ਤੁਸੀਂ ਸਾਡੇ ਕਿਹੋ ਜਿਹੇ ਮਾਲਕ ਹੋ ਕਿ ਸਾਨੂੰ ਇਸ ਸੰਸਾਰ ਤੋਂ ਪਰਲੇ ਪਾਸੇ ਜਾਣ ਦਾ ਤੇ ਰਾਸਤਾ ਦੱਸੇ ਹੀ ਨਹੀਂ, ਕਿ ਅਸੀਂ ਸੱਚ ਦੇ ਵਿੱਚ ਲੀਨ ਹੋ ਸਕੀਏ, ਰੱਬ ਦੇ ਵਿੱਚ ਲੀਨ ਹੋ ਸਕੀਏ, ਵਿਕਾਰਾਂ ਤੋਂ ਬਚ ਸਕੀਏ। ਇਹ ਤੇ ਰਾਹ ਹੀ ਨਹੀਂ ਤੁਸੀਂ ਦੱਸਿਆ। ਚੰਗਾ ਗਵਾਲਾ ਤੇ ਉਹ ਹੁੰਦਾ ਹੈ ਨਾ ਜਿਹੜਾ ਆਪਣੇ ਗਊਆਂ ਨੂੰ ਜਾਂ ਮੱਝਾਂ ਨੂੰ ਜਾਂ ਪਸ਼ੂਆਂ ਨੂੰ ਉਸ ਥਾਂ ਤੇ ਚਰਾਉਣ ਵਾਸਤੇ ਲਿਜਾਏ ਜਿੱਥੇ ਹਰਾ ਹਰਾ ਘਾਹ ਹੋਵੇ, ਉਹਨਾਂ ਨੂੰ ਚੰਗਾ ਭੋਜਨ ਦੇਵੇ, ਚੰਗੀ ਉਹਨਾਂ ਦੀ ਪਾਲਣਾ ਕਰੇ। ਪਰ ਜਿੱਧਰ ਚੰਗਾ ਹਰਾ ਘਾਹ ਹੈ, ਭਾਵ ਰੱਬੀ ਗੁਣ ਨੇ, ਉਸ ਪਾਸੇ ਤੇ ਤੁਸੀਂ ਲੈ ਕੇ ਹੀ ਨਹੀਂ ਗਏ। ਤੁਸੀਂ ਤੇ ਸਾਨੂੰ ਸੰਸਾਰ ਦੇ ਉਰਲੇ ਪਾਸੇ ਹੀ ਕਰਮ ਕਾਂਡਾਂ ਦੇ ਵਿੱਚ ਉਲਝਾਇਆ ਹੋਇਆ ਹੈ। ਇਸ ਲਈ ਇੱਥੇ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਲੋਕ ਐਸੇ ਨੇ ਜਿਹੜੇ ਚੱਲੇ ਰੱਬ ਨੂੰ ਮਿਲਣ ਸਨ। ਲੋਕਾਂ ਦੇ ਵਿੱਚ ਵਿਖਾਵਾ ਇਹ ਕੀਤਾ ਹੈ ਕਿ ਅਸੀਂ ਰੱਬ ਨੂੰ ਮਿਲਣ ਦਾ ਕੰਮ ਕਰ ਰਹੇ ਹਾਂ, ਲੇਕਿਨ ਚੇਲੇ ਚਾਟੜੇ ਬਣਾ ਲਏ ਔਰ ਸੰਸਾਰ ਦੇ ਵਿੱਚ ਹੀ ਉਲਝੇ ਰਹੇ। ਹੁਣ ਉਸ ਸਮੇਂ ਇਹ ਗੱਲ ਸੀ, ਅੱਜ ਤੁਸੀਂ ਵੇਖੋਗੇ ਤੇ ਅੱਜ ਵੀ ਸੇਮ ਇਹੀ ਚੀਜ਼ ਚੱਲ ਰਹੀ ਹੈ। ਰੂਪ ਬਦਲਿਆ ਹੈ, ਕੰਮ ਉਹੀ ਹੈ। ਤਿਆਗ ਕੀਤਾ ਕਾਹਦਾ? ਇੱਕ ਨਿੱਕਾ ਜਿਹਾ ਘਰ ਤਿਆਗਿਆ, 2 ਕਮਰੇ ਤੇ 1 ਬਰਾਂਡਾ ਸੀ। ਮਾਂ-ਬਾਪ ਤਿਆਗੇ ਤੇ ਫਿਰ ਬਹੁਤ ਸਾਰਾ ਵੱਡਾ ਡੇਰਾ ਬਣਾ ਲਿਆ। ਉੱਥੇ ਹੁਣ 250 ਬੰਦਿਆਂ ਦੀ ਸਰਾਂ ਹੈ, ਉੱਥੇ ਬੜੇ ਬੜੇ ਵੱਡਾ ਲੰਬਾ ਚੌੜਾ ਜੁਗਾੜ ਹੈ। ਤਾਂ ਫਿਰ ਤਿਆਗ ਕੀ ਕੀਤਾ? ਪਹਿਲੋਂ ਨਾਲੋਂ ਵੀ ਵੱਡੇ ਕਲੇਸ਼ ਗਲ ਵਿੱਚ ਪਾ ਲੈਣਾ। ਜੇ ਇਹਨਾਂ ਘਰਾਂ ਨੂੰ ਕਲੇਸ਼ ਸਮਝਦੇ ਸੀ ਤਾਂ ਜੇ 2 ਕਮਰਿਆਂ ਦਾ ਘਰ ਇੱਕ ਕਲੇਸ਼ ਹੈ ਜਾਂ ਬੰਧਨ ਹੈ, ਤਾਂ ਫਿਰ 250-300 ਕਮਰਿਆਂ ਵਾਲਾ ਜਿਹੜਾ ਡੇਰਾ ਹੈ ਉਹ ਬੰਧਨ ਕਿਉਂ ਨਾ ਹੋਇਆ? ਉਹ ਵੀ ਬੰਧਨ ਹੀ ਹੋਏਗਾ। ਜੇ ਮਾਂ-ਬਾਪ ਬੰਧਨ ਲੱਗਦੇ ਨੇ ਵੀ ਇਹਨਾਂ ਮਾਂ-ਬਾਪ ਦੇ ਵਿੱਚ ਮੈਂ ਰਹਾਂਗਾ ਤੇ ਬੰਧਨ ਨੇ, ਬੰਧਨ ਦਾ ਮੂਲ ਨੇ, ਇਹਨਾਂ ਵਿੱਚ ਰਹਿ ਕੇ ਮੈਂ ਰੱਬ ਦੇ ਨਾਲ ਨਹੀਂ ਮਿਲ ਸਕਦਾ, ਤੇ ਫਿਰ ਜਿਹੜੇ ਹਜ਼ਾਰਾਂ ਹੁਣ ਚੇਲੇ ਚਾਟੜੇ ਬਣਾਏ ਨੇ ਬਜ਼ੁਰਗ, ਉਹ ਵੀ ਤੇ ਮਾਂ-ਬਾਪ ਦੀ ਉਮਰ ਦੇ ਨੇ, ਉਹਨਾਂ ਵਿੱਚ ਕਿਵੇਂ ਜੇ 2 ਬੰਧਨ ਸਨ ਤੇ ਹਜ਼ਾਰਾਂ ਤੇ ਜ਼ਿਆਦਾ ਬੰਧਨ ਹੋ ਗਏ। ਜੇ ਪੈਸਾ ਬੰਧਨ ਸੀ, ਉੱਥੇ ਕੋਈ 2-4 ਹਜ਼ਾਰ ਰੁਪਇਆ ਮਹੀਨੇ ਦਾ ਆਉਂਦਾ ਸੀ। ਜੇ ਉਹ 2-4 ਹਜ਼ਾਰ ਬੰਧਨ ਸੀ ਤਾਂ ਇੱਥੇ ਤਾਂ ਲੱਖਾਂ ਰੁਪਏ ਆ ਰਹੇ ਨੇ, ਫਿਰ ਬੰਧਨ ਤਾਂ ਵੱਡਾ ਪੈ ਗਿਆ ਨਾ। ਦੇਖੋ ਕਬੀਰ ਜੀ ਕਿੰਨੇ ਪਿਆਰ ਦੇ ਨਾਲ ਸੰਸਾਰ ਨੂੰ ਇੱਕ ਸਿੱਧਾ ਰਾਸਤਾ ਦਿਖਾ ਰਹੇ ਨੇ ਕਿ ਐਸੇ ਜਿਹੜੇ ਲੋਕ ਨੇ ਚੇਲਿਆਂ ਚਾਟੜਿਆਂ ਦੇ ਵਿੱਚ ਹੀ ਉਲਝੇ ਹੋਏ ਨੇ, ਇਹਨਾਂ ਦਾ ਰੱਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਗਲਾ ਬਚਨ ਕਰਦੇ ਨੇ, ਕਬੀਰ ਕਾਰਨ ਵਪੁਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ, ਜਿਹ ਜਿਹ ਡਾਲੀ ਪਗ ਧਰੋਂ ਸੋਈ ਮੁਰਮੁਰ ਜਾਏ। ਦੇਖੋ ਇਹ ਸ਼ਲੋਕ ਪਹਿਲੇ ਸ਼ਲੋਕ ਦੇ ਨਾਲ ਕਿੰਨਾ ਰਿਲੇਟ ਹੈ। ਕਾਰਨ ਦਾ ਮਤਲਬ ਸਬਬ, ਵਸੀਲਾ, ਰੀਜ਼ਨ, ਕਿਸੇ ਕੰਮ ਨੂੰ ਕਰਨ ਦਾ ਜਿਹੜਾ ਰੀਜ਼ਨ ਹੈ। ਕਾਰਨ ਵਪੁਰਾ ਕਿਆ ਕਰੇ, ਵਸੀਲਾ ਜਿਹੜਾ ਸਬਬ ਹੈ ਨਿਰਾ, ਉਹ ਕੀ ਕਰੇਗਾ? ਮੰਨ ਲਓ ਅਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹਾਂ ਤੇ ਜੀਵਨ ਵਿੱਚ ਕਾਮਯਾਬ ਹੋਣ ਲਈ ਸਾਨੂੰ ਕੋਈ ਵਸੀਲਾ ਮਿਲ ਗਿਆ। ਸਪੋਜ਼ ਸ਼ਬਦ ਮੈਂ ਕਹਿ ਰਿਹਾ, ਸਪੋਜ਼ ਕਿ ਅਸੀਂ ਪੈਸਾ ਕਮਾਉਣਾ ਚਾਹੁੰਦੇ ਹਾਂ ਔਰ ਸਾਨੂੰ ਵਸੀਲਾ ਮਿਲ ਗਿਆ ਕਿ ਕੋਈ ਸਾਨੂੰ ਦੁਕਾਨ ਮਿਲ ਗਈ ਐਸੀ ਜਗ੍ਹਾ ਤੇ ਜਿੱਥੇ ਦੁਕਾਨ ਚੰਗੀ ਚੱਲ ਸਕਦੀ ਹੈ, ਸਬਜ਼ੀ ਦੀ ਦੁਕਾਨ ਜਾਂ ਕੋਈ ਕਰਿਆਨੇ ਦੀ ਦੁਕਾਨ ਜਾਂ ਕੋਈ ਵੀ ਮੌਕੇ ਤੇ ਦੁਕਾਨ ਤੇ ਮਿਲ ਗਈ। ਕਾਰਨ ਤੇ ਬਣ ਗਿਆ ਕਿ ਦੁਕਾਨ ਮਿਲ ਗਈ। ਪਰ ਕਬੀਰ ਜੀ ਕਹਿੰਦੇ ਨੇ ਕੱਲਾ ਕਾਰਨ ਕੀ ਕਰੇਗਾ, ਜੋ ਰਾਮ ਨਾ ਕਰੇ ਸਹਾਏ, ਜੇ ਰੱਬ ਸਹਾਇਤਾ ਨਾ ਕਰੇ। ਇੱਥੇ ਰੱਬ ਦਾ ਮਤਲਬ, ਇੱਥੇ ਰੱਬ ਦਾ ਸਿਸਟਮ, ਰੱਬ ਦਾ ਹੁਕਮ। ਜੇ ਸਿਸਟਮ ਸਹਾਇਤਾ ਨਾ ਕਰੇ, ਜੇ ਸਿਸਟਮ ਦੀ ਸਹਾਇਤਾ ਨਾ ਲਈ ਜਾਏ, ਜੇ ਰੱਬੀ ਹੁਕਮ ਦੀ ਸਹਾਇਤਾ ਨਾ ਲਈ ਜਾਏ, ਤਾਂ ਕਾਰਨ ਕੀ ਕਰੇਗਾ? ਹੁਣ ਦੁਕਾਨ ਮੰਨ ਲਓ ਮੈਂ ਹੀ ਹਾਂ, ਤਾਂ ਮੈਂ ਦੁਕਾਨ ਖੋਲ ਲਵਾਂ ਸਬਜ਼ੀ ਦੀ, ਤੇ ਮੈਨੂੰ ਇਹ ਨਹੀਂ ਪਤਾ ਵੀ ਸਬਜ਼ੀ ਖਰੀਦ ਕੇ ਕਿੱਥੋਂ ਲਿਆਉਣੀ ਹੈ ਔਰ ਵੇਚਣੀ ਕਿਸ ਭਾਅ ਹੈ, ਉਹ ਸਬਜ਼ੀ ਨੂੰ ਸੰਭਾਲਣਾ ਕਿਵੇਂ ਹੈ, ਤਾਂ ਮੈਂ ਤੇ ਸਬਜ਼ੀ ਲਿਆਂਦੀ ਹੋਈ ਖਰਾਬ ਕਰ ਪਵਾਂਗਾ ਨਾ। ਜਦੋਂ ਮੈਨੂੰ ਪਤਾ ਹੀ ਨਹੀਂ ਕਿੱਥੋਂ ਖਰੀਦ ਕੇ ਲਿਆਉਣੀ ਹੈ, ਸਸਤੀ ਕਿੱਥੋਂ ਮਿਲੇਗੀ, ਮਹਿੰਗੇ ਭਾਅ ਕਿਵੇਂ ਮਿਲੇਗੀ, ਤਾਂ ਮੈਂ ਮਹਿੰਗੇ ਭਾਅ ਤੇ ਖਰੀਦ ਲਵਾਂਗਾ, ਅੱਗੇ ਉਸ ਭਾਅ ਨਹੀਂ ਵਿਕਰੀ, ਦੁਕਾਨ ਤੇ ਫੇਲ ਹੋ ਜਾਏਗੀ। ਹੁਣ ਇਹ ਕਾਰਨ ਤਾਂ ਨਹੀਂ ਨਾ ਮੈਨੂੰ ਸਫਲ ਕਰ ਸਕਦਾ ਜਦੋਂ ਤੱਕ ਰੱਬ ਸਹਾਇਤਾ ਨਾ ਕਰੇ। ਰੱਬ ਦਾ ਮਤਲਬ ਰੱਬ ਦਾ ਹੁਕਮ ਜੋ ਸਿਸਟਮ ਹੈ, ਜੇ ਮੇਰੀ ਉਹ ਸਹਾਇਤਾ ਨਹੀਂ ਕਰਦਾ, ਜੇ ਮੈਨੂੰ ਸਿਸਟਮ ਦਾ ਹੀ ਨਹੀਂ ਪਤਾ, ਤਾਂ ਕੱਲਾ ਸਬੱਬ ਕੁਛ ਨਹੀਂ ਕਰਦਾ। ਜਿਹੇ ਜਿਹੇ ਡਾਲੀ ਪਗ ਧਰੋਂ, ਜਿਹੜੀ ਜਿਹੜੀ ਟਹਿਣੀ ਤੇ ਮੈਂ ਪੈਰ ਧਰਦਾ ਹਾਂ, ਸੋਈ ਮੁਰਮੁਰ ਜਾਏ। ਮੁਰਦਾ ਮਤਲਬ ਮੁੜ ਜਾਂਦੀ ਹੈ, ਟੁੱਟ ਜਾਂਦੀ ਹੈ। ਮੈਂ ਕਿਸੇ ਰੁੱਖ ਤੇ ਚੜ੍ਹਨਾ ਚਾਹ ਰਿਹਾ ਤੇ ਜਿਹੜੀ ਟਹਿਣੀ ਦੇ ਉੱਤੇ ਪੈਰ ਧਰਨਾ ਉਹ ਟੁੱਟ ਜਾਂਦੀ ਹੈ, ਮੈਂ ਫਿਰ ਥੱਲੇ ਡਿੱਗ ਪੈਣਾ। ਹੁਣ ਇਹ ਟਹਿਣੀਆਂ ਕਿਹੜੀਆਂ ਨੇ? ਹੁਣ ਕਾਰਨ ਮੇਰਾ ਜੀ ਕਰਦਾ ਹੈ ਕਿ ਮੈਂ ਪ੍ਰਭੂ ਦੇ ਨਾਲ ਮਿਲਾਂ,
ਮੇਰੇ ਜੀਵਨ ਦੇ ਅੰਦਰ ਸਫਲਤਾ ਮਿਲੇ, ਮੈਨੂੰ ਸੁੱਖ ਔਰ ਸ਼ਾਂਤੀ ਮਿਲੇ, ਤੇ ਉਹਦੇ ਵਾਸਤੇ ਮੈਂ ਸਹਾਇਤਾ ਲੈ ਰਿਹਾ ਕਿਸੇ ਬਾਬੇ ਦੀ। ਤੇ ਜਦੋਂ ਉਸ ਬਾਬੇ ਦੀ ਸਹਾਇਤਾ ਲੈ ਕੇ ਮੈਂ ਤੁਰਨ ਲੱਗਣਾ ਤਾਂ ਉਹ ਟੁੱਟ ਜਾਂਦੀ ਹੈ, ਉਹ ਸੁੱਖ ਉਥੋਂ ਮੈਨੂੰ ਮਿਲਦਾ ਨਹੀਂ। ਕਿੰਨੇ ਸਾਰੇ ਲੋਕ ਨੇ ਨਾ, ਜੋਤਸ਼ੀ ਨੇ, ਬਾਬੇ ਨੇ, ਮੜੀਆਂ ਨੇ, ਕਬਰਾਂ ਨੇ। ਜਦੋਂ ਮੈਂ ਮੜੀਆਂ ਦੀ ਪੂਜਾ ਕਰਦਾ ਤਾਂ ਮੜੀ ਦੀ ਪੂਜਾ ਮੈਂ ਦੀਵਾ ਤੇ ਜਗਾ ਆਉਣਾ, ਉੱਥੇ ਮੈਂ ਰੋਟ ਤੇ ਚੜਾ ਆਉਣਾ, ਪਰ ਕੰਮ ਤੇ ਮੇਰਾ ਫਿਰ ਉੱਥੇ ਦਾ ਉੱਥੇ ਹੀ ਹੈ। ਕਿਉਂਕਿ ਮੈਨੂੰ ਰੀਜਨ ਚਾਹੀਦਾ ਨਾ। ਮੰਨ ਲਓ ਮੈਂ ਨੌਕਰੀ ਚਾਹਨਾ, ਤਾਂ ਹੁਣ ਨੌਕਰੀ ਜਿਹੜੀ ਹੈ ਉਹ ਪੀਰ ਤੇ ਦੀਵਾ ਜਗਾਉਣ ਦੇ ਨਾਲ ਥੋੜਾ ਮਿਲ ਜਾਣੀ ਹੈ। ਜਿਹੜੀ ਮੈਂ ਨੌਕਰੀ ਚਾਹਨਾ, ਮੇਰੇ ਕੋਲ ਉਹ ਡਿਗਰੀ ਵੀ ਤੇ ਹੋਣੀ ਚਾਹੀਦੀ ਹੈ, ਮੇਰੇ ਕੋਲ ਯੋਗਤਾ ਹੋਣੀ ਚਾਹੀਦੀ ਹੈ, ਮੇਰੇ ਕੋਲ ਉਹ ਸਿਸਟਮ ਨੂੰ ਮੈਂ ਪੂਰਾ ਕਰਾਂ ਤਾਂ ਹੀ ਮਿਲੇਗੀ ਨਾ। ਤਾਂ ਕਬੀਰ ਜੀ ਕਹਿੰਦੇ ਨੇ, ਇਨਸਾਨੀ ਉੱਚ ਜੀਵਨ ਰੂਪ ਰੁੱਖ ਦੀ ਚੋਟੀ ਤੇ ਅੱਪੜਨ ਲਈ ਜਿਹੜੇ ਸਾਧ ਨੇ, ਇਹ ਮਨ ਨੂੰ ਡਾਲੀਆਂ ਨੇ। ਭਾਈ ਸਾਹਿਬ ਸਿੰਘ ਜੀ ਸ਼ਬਦਾਵਲੀ ਲਿਖ ਰਹੇ ਨੇ, ਮੈਂ ਤੁਹਾਨੂੰ ਇਹ ਪੜ੍ਹ ਕੇ ਸੁਣਾ ਰਿਹਾ। ਇਨਸਾਨੀ ਉੱਚ ਜੀਵਨ ਰੂਪ ਰੁੱਖ ਦੀ ਚੋਟੀ ਤੇ ਅੱਪੜਨ ਲਈ, ਕਿਉਂਕਿ ਸਾਡੇ ਜੀਵਨ ਦੀ ਚੋਟੀ ਕੀ, ਇਸ ਰੁੱਖ ਦੇ ਉੱਤੇ ਚੜਨਾ ਹੈ, ਸਿਖਰ ਤੇ ਉਹ ਸਿਖਰ ਕੀ ਹੈ? ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਰੱਬ ਵਰਗਾ ਹੋ ਜਾਣਾ। ਤੇ ਇਹ ਜਿਹੜੇ ਸਾਧ ਨੇ, ਬਾਬੇ ਨੇ, ਮਿਲਾਪ ਕਰਾਉਣ ਵਾਲੇ ਨੇ, ਇਹ ਟਹਿਣੀਆਂ ਨੇ। ਹੁਣ ਇਹਨਾਂ ਟਹਿਣੀਆਂ ਤੇ ਪੈਰ ਧਰ ਕੇ ਇਹਨਾਂ ਦੇ ਸਹਾਰੇ ਉੱਤੇ ਜਾਣਾ। ਤੇ ਭਾਈ ਸਾਹਿਬ ਲਿਖ ਰਹੇ ਨੇ, ਇਹ ਮਨ ਨੂੰ ਡਾਲੀਆਂ ਨੇ, ਪਰ ਭੇਖੀ ਤੇ ਚੇਲੇ ਚਾਟੜੇ ਹੀ ਜਾਣਨ ਬਣਾਉਣ ਵਾਲੇ ਜਿਹੜੇ ਸਾਧ ਨੇ, ਇਹ ਕਮਜ਼ੋਰ ਟਹਿਣੀਆਂ ਨੇ। ਮੈਂ ਤਾਂ ਅਜਿਹੀ ਜਿਸ ਟਹਿਣੀ ਤੇ ਪੈਰ ਧਰਨਾ, ਉਹ ਸਵਾਰਥ ਵਿੱਚ ਕਮਜ਼ੋਰ ਹੋਣ ਕਰਕੇ ਟੁੱਟ ਜਾਂਦੀ ਹੈ। ਜਦੋਂ ਮੈਂ ਉਹਨੂੰ ਪਰਖਣਾ ਵਾ, ਉਹ ਤੇ ਆਪਣੇ ਸਵਾਰਥ ਦੇ ਵਿੱਚ ਉਲਝੇ ਹੋਏ ਨੇ। ਜਾਪੇ ਜਾਉ ਆਪ ਛੁਟਕਾਵਨ ਤੇ ਬੰਧੇ ਬੋਫੰਦਾ। ਜਿਨ੍ਹਾਂ ਕੋਲੋਂ ਮੈਂ ਆਪਣੇ ਛੁਟਕਾਰੇ ਵਾਸਤੇ ਜਾਣਾ, ਉਹ ਤੇ ਆਪ ਬੜੇ ਬੰਧਨਾਂ ਵਿੱਚ ਵੱਜੇ ਪਏ ਨੇ। ਮੈਂ ਜਾ ਰਿਹਾ ਹਾਂ ਕਿ ਮੇਰਾ ਲਾਲਚ ਤੋਂ ਜਾਂ ਛੁਟਕਾਰਾ ਹੋਵੇ। ਤੇ ਜਦੋਂ ਉੱਥੇ ਜਾਂਦੇ ਆ ਤੇ ਉਹ ਕਹਿੰਦੇ ਨੇ ਵੀ ਸਿੰਘਾ ਤੇਰੇ ਨਾਮ ਦਾ ਇੱਕ ਕਮਰਾ ਹੈ, ਤੂੰ ਇੱਕ ਕਮਰਾ ਬਣਵਾਉਣਾ ਹੈ। ਉਹ ਅਗਲਾ ਆਪਣਾ ਉਹ ਫੰਦਾ ਲੈ ਕੇ ਬੈਠੇ ਨੇ। ਜਿਹੜੀ ਟਹਿਣੀ ਤੇ ਪੈਰ ਧਰਨਾ, ਉਹ ਟੁੱਟ ਜਾਂਦੀ। ਤਾਂ ਇਹਦਾ ਮਤਲਬ ਕਿ ਜ਼ਿੰਦਗੀ ਦੇ ਅੰਦਰ ਜੇ ਅਸੀਂ ਕਾਮਯਾਬ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਸੱਚੇ ਗੁਰੂ ਦੀ ਜ਼ਰੂਰਤ ਪਵੇਗੀ। ਸੱਚੇ ਗੁਰੂ ਦਾ ਗਿਆਨ, ਸੱਚਾ ਗਿਆਨ ਔਰ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਚੱਲਾਂਗੇ ਤਾਂ ਜੀਵਨ ਦੇ ਅੰਦਰ ਅਸੀਂ ਸਫਲ ਹੋ ਸਕਾਂਗੇ। ਜੀਵਨ ਸਫਲਤਾ ਦੇ ਅੰਦਰ ਕੇਵਲ ਸਬੱਬ ਹੀ ਕੰਮ ਨਹੀਂ ਆਉਂਦੇ, ਉਹਦੇ ਸਿਸਟਮ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਰੱਬ ਦੀ ਸਹਾਇਤਾ ਦਾ ਮਤਲਬ ਰੱਬੀ ਹੁਕਮ, ਰੱਬੀ ਸਿਸਟਮ ਜਿਹੜਾ ਹੈ, ਉਹ ਜੇ ਸਹਾਇਤਾ ਨਹੀਂ ਕਰਦਾ, ਜੇ ਅਸੀਂ ਉਹਦੇ ਵਿੱਚ ਨਹੀਂ ਚੱਲਦੇ ਤਾਂ ਫਿਰ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦੇ। ਹੁਣ ਮੰਨ ਲਓ ਤੁਸੀਂ ਕਾਰ ਹੈ ਨਾ, ਕਾਰ ਤੇ ਜਾਣਾ ਹੈ ਤਾਂ ਕਾਰ ਤੁਹਾਨੂੰ ਲੈ ਤੇ ਜਾਏਗੀ, ਸਬੱਬ ਤੇ ਬਣ ਗਿਆ ਵੀ ਕਾਰ ਮਿਲ ਗਈ। ਪਰ ਹੁਣ ਕਾਰ ਦੇ ਪਿਛਲੇ 2 ਟਾਇਰ ਪੈਂਚਰ ਹੋ ਜਾਣ ਤਾਂ ਨਹੀਂ ਨਾ ਜਾ ਸਕੋਗੇ। ਰੀਜ਼ਨ ਕੀ ਹੈ? ਕਿਉਂਕਿ ਹੁਣ ਸਿਸਟਮ ਸਹਾਇਤਾ ਨਹੀਂ ਨਾ ਕਰ ਰਿਹਾ। ਸਿਸਟਮ ਦੇ ਅੰਦਰ ਹੀ ਅਸੀਂ ਕਿਸੇ ਜੀਵਨ ਦੇ ਅੰਦਰ ਕਾਮਯਾਬ ਹੋ ਸਕਦੇ ਹਾਂ। ਉਹ ਚਾਹੇ ਸਾਡਾ ਸਰੀਰਕ ਜੀਵਨ ਹੈ, ਮਾਨਸਿਕ ਹੈ, ਬੌਧਿਕ ਹੈ, ਆਤਮਿਕ ਹੈ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਜਾਂ ਸਾਡਾ ਕੋਈ ਵੀ ਦੁਨਿਆਵੀ ਕਾਰਜ ਹੈ। ਉਹਦੇ ਵਾਸਤੇ ਕੁਝ ਨਿਯਮ ਨੇ। ਜਦੋਂ ਤੱਕ ਉਹਨਾਂ ਨਿਯਮਾਂ ਨੂੰ ਅਸੀਂ ਫੋਲੋ ਨਹੀਂ ਕਰਦੇ, ਉਦੋਂ ਤੱਕ ਜੀਵਨ ਦੇ ਅੰਦਰ ਕੋਈ ਵੀ ਕਾਰਜ ਰਾਸ ਨਹੀਂ ਹੋ ਸਕਦਾ। ਇਸ ਲਈ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਪਵੇਗੀ। कबीर अवरह को उपदेश ते, मुख में पर है रेत, रास बिरानी राखते, खाया घर का खेत। ਹੁਣ ਇਹ ਵੀ ਪਿਛਲੇ ਸ਼ਲੋਕਾਂ ਦੇ ਨਾਲ ਰਿਲੇਟਡ ਹੈਗਾ ਸ਼ਲੋਕ। ਸਭ ਤੋਂ ਪਹਿਲਾਂ ਅਸੀਂ ਸ਼ਲੋਕ ਪੜਿਆ ਸੀ ਨਾ, ਚਾਲੇ ਥੇ ਹਰ ਮਿਲਨ ਕੋ, ਵੀ ਜਿਹੜੇ ਲੋਕ ਰੱਬ ਨੂੰ ਮਿਲਣ ਵਾਸਤੇ ਚੱਲੇ ਸਨ, ਉਹ ਚੇਲੇ ਚਪਟੇ ਬਣਾ ਕੇ, ਡੇਰੇ ਬਣਾ ਕੇ ਰਾਸਤੇ ਦੇ ਵਿੱਚ ਹੀ ਉਲਝ ਗਏ। ਤੇ ਇਹ ਜਿਹੜੀਆਂ ਨੇ, ਇਹ ਉਲਝੇ ਹੋਏ ਲੋਕ ਨੇ, ਇਹ ਕੱਚੀਆਂ ਟਹਿਣੀਆਂ ਨੇ। ਇਹਨਾਂ ਦੇ ਸਹਾਰੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ। ਹੁਣ ਅਗਲੇ ਸ਼ਲੋਕ ਵਿੱਚ ਕਹਿ ਰਹੇ ਨੇ, ਅਵਰੈ ਕੋ ਉਪਦੇਸ਼ ਤੇ, ਦੂਜਿਆਂ ਨੂੰ ਉਪਦੇਸ਼ ਦੇਣਾ। ਮੁਖ ਮੈਂ ਪਰ ਹੈ ਰੇਤ। ਹੁਣ ਦੇਖੋ, ਤੁਸੀਂ ਸ਼ੱਕਰ ਖਾਓਗੇ, ਗੁੜ ਖਾਓਗੇ, ਤੁਹਾਡੇ ਮੂੰਹ ਦੇ ਵਿੱਚ ਮਿਠਾਸ ਆਏਗੀ। ਖੰਡ ਦਾ ਫੱਕਾ ਮਾਰੋਗੇ, ਤੁਹਾਡੇ ਮੂੰਹ ਦੇ ਵਿੱਚ ਮਿਠਾਸ ਆਏਗੀ। ਜੋ ਗੁਰੂ ਦੀ ਬਾਣੀ ਹੈ, ਜੋ ਪੋਜ਼ਿਟਿਵ ਥਿੰਕਿੰਗ ਹੈ, ਸਕਾਰਾਤਮਕ ਸੋਚ ਹੈ, ਜੋ ਸਾਡੇ ਮਿੱਠੇ ਬੋਲ ਨੇ, ਇਹ ਸਾਡੀ ਜ਼ਿੰਦਗੀ ਵਿੱਚ ਮਿਠਾਸ ਪੈਦਾ ਕਰਨਗੇ। ਜੇ ਅਸੀਂ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਬੋਲਦੇ ਹਾਂ। ਰਹੀਮ ਜੀ ਦਾ ਇੱਕ ਦੋਹਾ ਹੈ, ਐਸੀ ਬਾਣੀ ਬੋਲੀ ਹੈ, ਮਨ ਕਾ ਆਪਾ ਖੋਏ, ਔਰਨ ਹੂੰ ਸ਼ੀਤਲ ਕਰੇ, ਆਪੋਂ ਸ਼ੀਤਲ ਹੋਏ। ਕਿ ਜੇ ਬੋਲਣਾ ਹੈ ਤੇ ਇਹੋ ਜਿਹੇ ਬੋਲ ਬੋਲੋ, ਜਿਹੜੇ ਬੋਲ ਬੋਲਣ ਦੇ ਨਾਲ ਤੁਹਾਡਾ ਆਪਣਾ ਮਨ ਵੀ ਸ਼ਾਂਤ ਰਹੇ,
ਔਰ ਜਿਹੜੇ ਲੋਕ ਤੁਹਾਡੇ ਬੋਲ ਭੈਣ ਭਰਾ ਸੁਣਨ ਉਹਨਾਂ ਨੂੰ ਵੀ ਸ਼ਾਂਤੀ ਮਿਲੇ। ਇੱਕ ਤਾਂ ਐਸੇ ਬੋਲ ਨੇ ਤੇ ਦੂਜੇ ਬੋਲ ਐਸੇ ਖਰਵੇ ਔਰ ਗੁੱਸੇ ਵਾਲੇ ਨੇ ਕਿ ਤੁਸੀਂ ਆਪ ਵੀ ਅਸ਼ਾਂਤ ਹੋ ਜਾਓ, ਤੁਹਾਡਾ ਆਪਣਾ ਪਾਰਾ ਚੜ ਜਾਏ, ਤੁਹਾਡਾ ਆਪਣਾ ਬੀਪੀ ਹਾਈ ਹੋ ਜਾਏ ਔਰ ਜਿਹੜਾ ਬੰਦਾ ਸੁਣੇ ਉਹ ਵੀ ਅਸ਼ਾਂਤ ਹੋ ਜਾਏ। ਤਾਂ ਹੁਣ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜਿੰਨੇ ਵੀ ਇਹ ਸਾਧ ਬਾਬੇ ਜਾਂ ਉਪਦੇਸ਼ਕ ਨੇ ਦੂਜਿਆਂ ਨੂੰ ਤੇ ਉਪਦੇਸ਼ ਦੇ ਰਹੇ ਨੇ ਕਿ ਸੱਚ ਬੋਲੋ। ਜਿਵੇਂ ਹੁਣ ਮੈਂ ਵਿਚਾਰ ਕਰ ਰਿਹਾ ਤਾਂ ਮੈਂ ਤੁਹਾਨੂੰ ਤਾਂ ਉਪਦੇਸ਼ ਦੇ ਰਿਹਾ ਕਿ ਇਸ ਟਾਈਪ ਦੀ ਜ਼ਿੰਦਗੀ ਜੀਵੋ, ਸੱਚ ਬੋਲੋ, ਪਿਆਰ ਦੇ ਨਾਲ ਜੀਓ, ਦਇਆ ਕਰੋ, ਆਪਣੀ ਕਿਰਤ ਕਰੋ, ਆਪਣੇ ਪਰਿਵਾਰ ਵਿੱਚ ਪਿਆਰ ਨਾਲ ਰਹੋ, ਵਿਕਾਸ ਕਰੋ, ਵਿਕਾਸਸ਼ੀਲ ਬਣੇ ਰਹੋ, ਸਕਾਰਾਤਮਕ ਸੋਚੋ, ਚੜ੍ਹਦੀ ਕਲਾ ਵਿੱਚ ਰਹੋ। ਤੁਹਾਨੂੰ ਤਾਂ ਮੈਂ ਇਹ ਕਹਾਂ, ਲੇਕਿਨ ਆਪ ਮੈਂ ਇਹਨਾਂ ਗੱਲਾਂ ਤੇ ਅਮਲ ਨਾ ਕਰਦਾ ਹਾਂ, ਆਪ ਮੈਂ ਇਹਨਾਂ ਗੱਲਾਂ ਤੇ ਅਮਲ ਨਾ ਕਰਾਂ ਤਾਂ ਕਬੀਰ ਜੀ ਕਹਿੰਦੇ ਨੇ ਇਹ ਜੋ ਆਪ ਅਮਲ ਨਹੀਂ ਕਰਦੇ ਇਹ ਸਮਝ ਲਓ ਕਿ ਰੇਤੇ ਦੇ ਫੱਕੇ ਮਾਰ ਰਹੇ ਨੇ। ਮੁਖ में पर है रेत। ਹੁਣ ਜੇ ਸ਼ੱਕਰ ਖਾਓਗੇ ਤੇ ਮਿੱਠਾ, ਲੇਕਿਨ ਜੇ ਮੈਂ ਰੇਤ ਦਾ ਫੱਕਾ ਮਾਰਾਂ ਤਾਂ ਕੀ ਹੋਏਗਾ? ਖੀਰ ਦੀ ਦੇਗ ਬਣੀ ਹੋਵੇ ਨਾ, ਪਤੀਲਾ ਪੂਰਾ ਭਰ ਕੇ ਬਣਿਆ ਹੋਵੇ ਤੇ ਇੰਨਾ ਕੁ ਰੇਤਾ ਵਿੱਚ ਪੈ ਜਾਏ ਕੋਈ 4 ਦਾਣੇ ਰੇਤ ਦੇ, ਸਾਰੀ ਖੀਰ ਦਾ ਮਜ਼ਾ ਕਿਰਕਰਾ ਹੋ ਜਾਂਦਾ ਹੈ। ਮਾਂ ਦੀ ਅਸੀਂ ਦਾਲ ਬਣਾਉਂਦੇ ਹਾਂ, ਇੱਕ ਦੋ ਵਿੱਚ ਕੋੜ ਕੂ ਆ ਜਾਂਦਾ ਤਾਂ ਉਹ ਸਾਰੀ ਦਾਲ ਹੀ ਕਈ ਵਾਰੀ ਬੰਦਾ ਸੁੱਟਦਾ ਹੈ। ਤੇ ਜਿਹਦੇ ਮੂੰਹ ਦੇ ਵਿੱਚ ਰੇਤਾ ਪੈ ਜਾਏ ਤਾਂ ਕਬੀਰ ਜੀ ਕਹਿ ਰਹੇ ਨੇ ਜਿਹੜੇ ਲੋਕ ਕੇਵਲ ਦੂਜਿਆਂ ਨੂੰ ਉਪਦੇਸ਼ ਕਰਦੇ ਨੇ ਪਰ ਆਪ ਅਮਲ ਨਹੀਂ ਕਰਦੇ, ਇਹ ਸਮਝ ਲਓ ਰੇਤ ਦੇ ਫੱਕੇ ਮਾਰ ਰਹੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਮਿਠਾਸ ਪੈਦਾ ਨਹੀਂ ਹੋਏਗੀ। ਗੱਲੀ ਬਾਤੀ ਤੇ ਉਹ ਚੰਗੇ ਹੋਣਗੇ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਪਰ ਜਦੋਂ ਉਹਨਾਂ ਦਾ ਆਚਰਣ ਦੇਖੋਗੇ, ਉਹਨਾਂ ਦਾ ਵਿਹਾਰ ਦੇਖੋਗੇ, ਉਹਨਾਂ ਦੀ ਮੈਂਟੈਲਿਟੀ ਦੇਖੋਗੇ ਤੇ ਉੱਥੇ ਪੂਰੇ ਨਹੀਂ ਉਤਰਨਗੇ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਰੱਬ ਹੈ ਜਾਂ ਰੱਬ ਦੇ ਨਾਮ ਦੀਆਂ ਗੱਲਾਂ ਨੇ ਜਾਂ ਧਰਮ ਦੀਆਂ ਗੱਲਾਂ ਨੇ, ਸੱਚ ਦੀਆਂ ਗੱਲਾਂ ਨੇ, ਨਿਰੀਆਂ ਗੱਲਾਂ ਕਰਨ ਦੇ ਨਾਲ ਜ਼ਿੰਦਗੀ ਵਿੱਚ ਤਬਦੀਲੀ ਨਹੀਂ ਆਉਣੀ। ਇਹਦੇ ਤੇ ਅਮਲ ਕਰੋਗੇ, ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰੋਗੇ ਤਾਂ ਜੀਵਨ ਦੇ ਅੰਦਰ ਮਿਠਾਸ ਪੈਦਾ ਹੋਏਗੀ। ਤੇ ਜੇ ਕੇਵਲ ਦੂਜਿਆਂ ਨੂੰ ਉਪਦੇਸ਼ ਕਰਦੇ ਰਹੇ, ਆਪ ਇਹਨਾਂ ਚੀਜ਼ਾਂ ਨੂੰ ਨਾ ਅਪਣਾਇਆ ਤਾਂ ਜੀਵਨ ਵਿੱਚ ਮਿਠਾਸ ਪੈਦਾ ਨਹੀਂ ਹੋਏਗੀ। ਗੁਰਦੇਵ ਨੇ ਪਾਵਨ ਬਾਣੀ ਵਿੱਚ ਹੋਰ ਥਾਂ ਵੀ ਬਚਨ ਕੀਤਾ ਨਾ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੇ ਮਰੈ। ਜਿਹੜਾ ਕੇਵਲ ਦੂਜਿਆਂ ਨੂੰ ਉਪਦੇਸ਼ ਦਿੰਦਾ ਹੈ ਪਰ ਆਪ ਉਹਦੇ ਤੇ ਅਮਲ ਨਹੀਂ ਕਰਦਾ ਤਾਂ ਉਹ ਪਸ਼ੂ ਬਿਰਤੀਆਂ ਦੇ ਵਿੱਚ ਪੈ ਜਾਂਦਾ ਹੈ। ਉਹਦੀ ਜ਼ਿੰਦਗੀ ਏਮਲੈਸ ਰਹਿੰਦੀ ਹੈ, ਉਹਦੇ ਜੀਵਨ ਦੇ ਅੰਦਰ ਕਦੇ ਵੀ ਸੁਖ ਸ਼ਾਂਤੀ ਆ ਨਹੀਂ ਸਕਦੀ। ਪਹਿਲੀ ਗੱਲ ਕਿ ਜਿੰਨੇ ਵੀ ਆ ਜੋਤਸ਼ੀ ਨੇ, ਬਾਬੇ ਨੇ ਜਾਂ ਪੀਰ ਫਕੀਰ ਨੇ ਜਾਂ ਹੋਰ ਉਪਦੇਸ਼ਕ ਨੇ, ਇਹ ਸਾਰੇ ਇਸ ਕੈਟੇਗਰੀ ਵਿੱਚ ਆਉਂਦੇ ਨੇ ਜਿਨ੍ਹਾਂ ਵਿੱਚ ਮੈਂ ਖੁਦ ਸ਼ਾਮਲ ਹਾਂ। ਜੇ ਉਪਦੇਸ਼ਕ ਆਪ ਅਮਲ ਨਹੀਂ ਕਰਦਾ ਤਾਂ ਸਮਝ ਲਓ ਉਹਦੇ ਮੂੰਹ 'ਚ ਰੇਤਾ ਹੀ ਪੈ ਰਿਹਾ ਹੈ, ਉਹਦੀ ਜ਼ਿੰਦਗੀ ਵਿਅਰਥ ਹੈ। ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਜਿਵੇਂ ਮਾਂ ਹੈ ਜਾਂ ਪਿਤਾ ਹੈ, ਆਪਣੇ ਬੱਚਿਆਂ ਨੂੰ ਕਹਿੰਦਾ ਬੱਚਿਓ ਸੱਚ ਬੋਲੀਦਾ, ਝੂਠ ਨਹੀਂ ਬੋਲੀਦਾ, ਲੜੀਦਾ ਨਹੀਂ, ਪਿਆਰ ਦੇ ਨਾਲ ਰਹੀਦਾ, ਪਰ ਆਪ ਸਾਰਾ ਦਿਨ ਇੱਕ ਦੂਜੇ ਦੀਆਂ ਲਿੰਬਾਂ ਪੁੱਟਦੇ ਨੇ, ਮਾਂ ਪਿਓ ਲੜਦੇ ਨੇ, ਤਾਂ ਮੂੰਹ ਦੇ ਵਿੱਚ ਰੇਤ ਹੀ ਪਈ ਨਾ, ਉਹਨਾਂ ਦੇ ਜੀਵਨ ਵਿੱਚ ਮਿਠਾਸ ਨਹੀਂ ਆਏਗੀ। ਕੋਈ ਅਧਿਆਪਕ ਹੈ ਬੱਚਿਆਂ ਨੂੰ ਕਹਿ ਰਿਹਾ ਹੈ ਕਿ ਚੰਗੀ ਜ਼ਿੰਦਗੀ ਜੀਓ ਪਰ ਆਪ ਨਹੀਂ ਜੀ ਰਿਹਾ ਤਾਂ ਉਹਦਾ ਜੀਵਨ ਬੇਕਾਰ ਹੈ। ਕੋਈ ਰਾਜਨੀਤਿਕ ਐਮਐਲਏ ਐਮਪੀ ਜਾਂ ਕੋਈ ਵੀ ਹੈ, ਜੇ ਉਹ ਪ੍ਰਜਾ ਨੂੰ ਕਹਿੰਦਾ ਹੈ ਕਿ ਤੁਸੀਂ ਕਾਨੂੰਨਾਂ ਦਾ ਪਾਲਣ ਕਰੋ, ਆਪ ਨਹੀਂ ਕਰਦਾ ਤਾਂ ਜ਼ਿੰਦਗੀ ਬੇਕਾਰ ਹੈ। ਤਾਂ ਅਗਲਾ ਵਚਨ ਕਰਦੇ ਨੇ, ਰਾਸ ਬਿਰਾਨੀ ਰਾਖਤੇ। ਰਾਸ ਦਾ ਮਤਲਬ ਹੈ ਪੂੰਜੀ, ਜਿਹਨੂੰ ਅੰਨ ਦੀ ਗਾਹੇ ਅੰਨ ਦੀ ਧੜ ਹੁੰਦੀ ਹੈ ਨਾ, ਉਹਨੂੰ ਰਾਸ ਕਹਿ ਦਿੰਦੇ ਨੇ। ਜਿਹੜਾ ਅਸੀਂ ਕਣਕ ਵਗੈਰਾ ਗਾਈ ਦੀ ਸੀ ਤੇ ਕਣਕ ਗਾਣ ਤੋਂ ਬਾਅਦ ਫਿਰ ਉਹਨੂੰ ਬਰਸਾਉਂਦੇ ਸੀ ਤਰੰਗਲੀ ਨਾਲ ਜਾਂ ਪਲੜਿਆਂ ਨਾਲ, ਛੱਜਾਂ ਦੇ ਨਾਲ। ਫਿਰ ਜਿਹੜੇ ਦਾਣੇ ਬਚਦੇ ਸਨ ਉਹਨਾਂ ਨੂੰ ਝਾੜੂ ਦੇ ਨਾਲ ਕੁੰਡੀਆਂ ਲਾ ਕੇ ਪਾਸੇ ਕਰਕੇ ਜਿਹੜਾ ਢੇਰ ਲਾਈਦਾ ਸੀ ਨਾ ਕਣਕ ਦਾ, ਉਹਨੂੰ ਕਹਿੰਦੇ ਸੀ ਰਾਸ। ਤਾਂ ਉਹ ਬੇਗਾਨੀ ਰਾਸ ਦੀ ਰਾਖੀ ਕਰਦਿਆਂ ਕਰਦਿਆਂ ਖਾਇਆ ਘਰ ਕਾ ਖੇਤ। ਵੀ ਕੋਈ ਬੰਦਾ ਬੇਗਾਨੀ ਰਾਸ, ਬੇਗਾਨੇ ਦਾਣਿਆਂ ਦੀ ਰਾਖੀ ਤੇ ਕਰਦਾ ਰਹੇ ਤੇ ਆਪਣੀ ਫਸਲ ਵੱਢੇ ਹੀ ਨਾ, ਉਹਨੂੰ ਚਿੜੀਆਂ ਹੀ ਚੁਗ ਜਾਣ, ਉਹਨੂੰ ਪਸ਼ੂ ਉਜਾੜ ਜਾਣ ਤੇ ਬੇਗਾਨੇ ਆਪਣੀ ਰਾਸ ਕਰ ਲੈ ਜਾਣ ਤੇ ਆਪਣੀ ਖੇਤੀ ਵੀ ਉਜਾੜ ਪਵੇ। ਇਹ ਹਾਲਾਤ ਹੋਏਗੀ ਉਸ ਬੰਦੇ ਦੀ ਜੋ ਦੂਜਿਆਂ ਨੂੰ ਉਪਦੇਸ਼ ਕਰਦਾ ਹੈ, ਆਪ ਅਮਲ ਨਹੀਂ ਕਰਦਾ। ਉਹ ਤੇ ਐਵੇਂ ਹੈ ਜਿਵੇਂ ਬੇਗਾਨੀ ਰਾਸ ਪੂੰਜੀ ਬਚਾਉਂਦਾ ਬਚਾਉਂਦਾ ਆਪਣੇ ਘਰ ਦੀ ਖੇਤੀ ਹੀ ਉਜਾੜ ਲਵੇ, ਆਪਣੇ ਘਰ ਦੀ ਖੇਤੀ ਉਜਾੜ ਲਵੇ।
ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਜਿੰਨੇ ਵੀ ਆ ਰੱਬ ਨੂੰ ਮਿਲਣ ਵਾਸਤੇ ਚੱਲੇ ਸਨ, ਚੇਲੇ ਚਾਟੜੇ ਬਣਾ ਲੈਣੇ, ਡੇਰੇ ਬਣਾ ਲੈਣੇ, ਦੂਜਿਆਂ ਨੂੰ ਉਪਦੇਸ਼ ਕਰਦੇ ਨੇ, ਇਹ ਬੇਗਾਨੀ ਰਾਸ ਪੂੰਦੀ ਬਚਾਉਂਦੇ ਬਚਾਉਂਦੇ ਆਪਣੇ ਜੀਵਨ ਦੀ ਖੇਤੀ ਖਾ ਬੈਠੇ ਨੇ, ਆਤਮਿਕ ਜੀਵਨ ਮਰ ਚੁੱਕੇ ਨੇ। ਤਾਂ ਇੱਥੇ ਕਿਸੇ ਇੱਕ ਦੀ ਗੱਲ ਨਹੀਂ, ਇਹ ਟੋਟਲ ਸੰਸਾਰ ਦੀ ਗੱਲ ਹੈ। ਉਹਦੇ ਵਿੱਚ ਮੈਂ ਵੀ, ਤੁਸੀਂ ਵੀ, ਹੋਰ ਵੀ ਸਾਰੇ ਆ ਜਾਣਗੇ ਕਿ ਜਿਹੜਾ ਕੇਵਲ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਲੇਕਿਨ ਆਪ ਅਮਲ ਨਹੀਂ ਕਰਦਾ, ਉਹ ਆਪਣੇ ਜੀਵਨ ਦੀ ਰਾਸ ਪੂੰਜੀ ਗਵਾ ਲੈਂਦਾ ਹੈ, ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਉਹਦਾ ਆਤਮਿਕ ਜੀਵਨ ਬਰਬਾਦ ਹੋ ਜਾਂਦਾ ਹੈ, ਦੂਜਿਆਂ ਦੇ ਜੀਵਨ ਨੂੰ ਬਚਾਉਂਦਾ ਬਚਾਉਂਦਾ। ਇਸ ਲਈ ਸਾਨੂੰ ਗੌਰ ਦੇ ਨਾਲ ਜ਼ਿੰਦਗੀ ਜੀਣ ਦੀ ਲੋੜ ਹੈ ਕਿ ਜੋ ਅਸੀਂ ਦੂਜਿਆਂ ਨੂੰ ਕਹਿ ਰਹੇ ਹਾਂ ਕਿ ਅਸੀਂ ਉਹਦੇ ਤੇ ਆਪ ਵੀ ਅਮਲ ਕਰ ਰਹੇ ਹਾਂ। ਸੈਲਫ ਐਨਾਲਿਸਿਸ ਕਰਨ ਦੀ ਜ਼ਰੂਰਤ ਹੈ। ਹਰ ਬੰਦਾ ਜੇ ਇਹ ਚੀਜ਼ ਵੱਲ ਧਿਆਨ ਦੇਵੇ ਤਾਂ ਸਾਡੇ ਜੀਵਨ ਦੇ ਅੰਦਰ ਚੇਂਜਿੰਗ ਜਿਹੜੀ ਹੈ ਹਰ ਬੰਦੇ ਦੇ ਵਿੱਚ ਆ ਸਕਦੀ ਹੈ। ਕਬੀਰ ਸਾਧੂ ਕੀ ਸੰਗਤ ਰਹੋ, ਜੋ ਕੀ ਭੂਸੀ ਖਾਓ, ਇਹਨੂੰ ਖਾਓ ਨਹੀਂ ਪੜਨਾ, ਖਾਓ। ਹੋਣਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ, ਜਾਓ ਨਹੀਂ ਜਾਓ। ਜੌ ਦਾ ਮਤਲਬ ਹੈ ਜੌਂ, ਤੇ ਭੂਸੀ ਦਾ ਮਤਲਬ ਛਿੱਲੜ ਇੱਥੇ ਲਿਖਿਆ ਹੈ, ਲੇਕਿਨ ਭੂਸੀ ਦਾ ਮਤਲਬ ਜਵਾਂ ਦੀ ਰੋਟੀ ਵੀ ਹੁੰਦਾ ਹੈ। ਜਿਵੇਂ ਗੁਰਬਾਣੀ ਵਿੱਚ ਆਉਂਦਾ ਨਾ, ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਇੱਥੇ ਜੌ ਕੀ ਭੂਸੀ ਦਾ ਮਤਲਬ ਹੈ ਜੌਂ ਦੀ ਰੋਟੀ। ਜਵਾਂ ਦਾ ਆਟਾ ਪੀਸਿਆ ਹੋਵੇ ਤੇ ਛਿੱਲੜਾਂ ਸਮੇਤ ਹੀ ਹੋਵੇ। ਹੁਣ ਦੇਖੋ, ਜਵਾਂ ਦਾ ਆਟਾ ਜਿਹੜਾ ਛਿੱਲੜਾਂ ਸਮੇਤ ਜੇ ਰੋਟੀ ਬਣੀ ਹੋਵੇ ਤੇ ਕਿੰਨਾ ਔਖਾ ਹੈ ਨਾ ਖਾਣਾ। ਗੱਲ ਇੱਥੇ ਹੈ ਸਾਦੀ ਰੋਟੀ ਦੀ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਉੱਥੇ ਕਾਠ ਕੀ ਦਾ ਮਤਲਬ ਲੱਕੜ ਦੀ ਰੋਟੀ ਨਹੀਂ ਹੈ, ਉੱਥੇ ਰੁੱਖੀ ਮਿੱਸੀ ਦੀ ਗੱਲ ਹੈ, ਰੁੱਖੀ ਮਿੱਸੀ ਖਾਏ ਕੇ। ਇੱਥੇ ਜੌ ਕੀ ਭੂਸੀ ਦਾ ਮਤਲਬ ਜਵਾਂ ਦੀ ਰੋਟੀ, ਯਾਨੀ ਬਿਲਕੁਲ ਸਾਦਾ ਸਿੰਪਲ ਖਾਣਾ। ਕਬੀਰ ਜੀ ਕਹਿੰਦੇ ਨੇ, ਕਬੀਰ ਸਾਧੂ ਕੀ ਸੰਗਤ ਰਹੋ। ਸਾਧੂ ਦਾ ਮਤਲਬ ਗੁਰੂ, ਕਿ ਮੈਂ ਸੱਚੇ ਗੁਰੂ ਦੀ ਸੰਗਤ ਵਿੱਚ ਰਹਾਂਗਾ। ਜੌ ਕੀ ਭੂਸੀ ਖਾਓ, ਬੇਸ਼ੱਕ ਮੈਨੂੰ ਉੱਥੇ ਜੌਂ ਦੀ ਰੋਟੀ, ਸਾਦਾ ਜਿਹੜਾ ਭੋਜਨ ਹੈ, ਖਾ ਕੇ ਗੁਜ਼ਾਰਾ ਕਰਨਾ ਪਵੇ। ਬੇਸ਼ੱਕ ਮੇਰੀ ਕਿਰਤ ਕਮਾਈ ਰਾਹੀਂ ਮੈਂ ਸਾਦਾ ਖਾਣਾ ਹੀ ਪੈਦਾ ਕਰ ਸਕਾਂ। ਹੁਣ ਦੇਖੋ, ਦੋ ਰਾਸਤੇ ਨੇ ਜੀਵਨ ਦੀ ਰੋਜੀ ਰੋਟੀ ਕਮਾਉਣ ਵਾਸਤੇ, ਬਸ਼ਰ ਕਰਨ ਵਾਸਤੇ। ਦੋ ਰਾਸਤੇ ਨੇ। ਇੱਕ ਰਾਹ ਇਹ ਹੈ ਇਮਾਨਦਾਰੀ ਦੇ ਨਾਲ ਸੱਚੀ ਸੁੱਚੀ ਕਿਰਤ ਕਰਨੀ। ਦੂਜਾ ਰਾਸਤਾ ਹੈ ਭਾਈ 2 ਨੰਬਰ ਦੇ ਧੰਦੇ ਕਰਨੇ, ਠੱਗੀਆਂ ਠੂਰੀਆਂ ਮਾਰਨੀਆਂ। ਇਹ ਦੋ ਰਾਸਤੇ ਨੇ। ਹੁਣ ਜਦੋਂ 10 ਨਵਾਂ ਦੀ ਸੱਚੀ ਸੁੱਚੀ ਕੋਈ ਕਿਰਤ ਕਰੇਗਾ ਨਾ, ਤਾਂ ਉਹਦੇ ਵਿੱਚ ਫਿਰ ਸਾਡੀਆਂ ਲੋੜਾਂ ਤਾਂ ਪੂਰੀਆਂ ਹੋ ਸਕਦੀਆਂ ਨੇ, ਆਸ਼ਾਵਾਂ ਨਹੀਂ। ਲੋੜਾਂ ਤਾਂ ਪੂਰੀਆਂ ਹੋ ਜਾਣਗੀਆਂ, ਲੇਕਿਨ ਜੇ ਮਤਲਬ ਹੁਣ ਪੈਸਾ ਹੀ ਇਕੱਠਾ ਹੀ ਕਰਨਾ ਹੈ, ਤਾਂ ਕਈ ਵਾਰ ਬੰਦੇ 2 ਨੰਬਰ ਦੇ ਧੰਦੇ ਕਰਨ ਬਹਿ ਜਾਂਦੇ ਨੇ। ਹੁਣ ਕਬੀਰ ਜੀ ਕਹਿੰਦੇ ਨੇ, ਮੇਰੀ 10 ਨਵਾਂ ਦੀ ਕਿਰਤ ਕਮਾਈ ਚੋਂ ਬੇਸ਼ੱਕ ਮੈਨੂੰ ਜੌਂ ਦੀਆਂ ਰੋਟੀਆਂ ਹੀ ਮਿਲਣ, ਸਿੰਪਲ ਖਾਣਾ ਹੀ ਮਿਲੇ, ਮੇਰੀ ਕਿਰਤ ਕਮਾਈ ਚੋਂ ਮੈਂ ਇੰਨਾ ਕੀ ਪੈਦਾ ਕਰ ਸਕਾਂ, ਸਾਦੀ ਰੋਟੀ ਪੂਰੀ ਕਰ ਸਕਾਂ, ਤਾਂ ਵੀ ਮੈਂ ਸਾਧੂ ਦੀ ਸੰਗਤ ਵਿੱਚ ਰਵਾਂਗਾ, ਗੁਰੂ ਦੀ ਸੰਗਤ ਵਿੱਚ ਰਹਾਂਗਾ, ਗੁਰੂ ਦੇ ਰਾਸਤੇ ਨੂੰ ਨਹੀਂ ਛੱਡਾਂਗਾ। ਯਾਨੀ ਇਹ ਹਰ ਇਨਸਾਨ ਨੂੰ ਅਪਣਾ ਲੈਣਾ ਚਾਹੀਦਾ ਹੈ ਕਿ ਅਸੀਂ ਸੱਚੀ ਸੁੱਚੀ ਕਿਰਤ ਕਰਨੀ ਹੈ, ਬੇਸ਼ੱਕ ਉਹਦੇ ਨਾਲ ਸਾਡਾ ਲੋੜਾਂ ਜਿਹੜੀਆਂ ਨੇ ਸਿੰਪਲ ਪੂਰੀਆਂ ਹੋਣ। ਹੋਣਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ। ਹੋਣਹਾਰ ਸੋ ਹੋਏ ਦਾ ਮਤਲਬ ਜਿਹੜਾ ਹੋਣਾ ਹੈ ਉਹ ਹੋਣਾ ਹੀ ਹੋਣਾ ਹੈ, ਕਿਉਂਕਿ ਰੱਬ ਦੀ ਜੋ ਰਜ਼ਾ ਹੈ, ਸਿਸਟਮ ਹੈ ਨਾ, ਇਹਨੂੰ ਕੋਈ ਮਿਟਾ ਨਹੀਂ ਸਕਦਾ। ਭਾਣੇ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਇਸ ਲਈ ਕਬੀਰ ਜੀ ਕਹਿੰਦੇ ਨੇ, ਮੈਂ ਰੱਬ ਦੀ ਰਜ਼ਾ ਵਿੱਚ ਰਹਾਂਗਾ, ਸਾਕਤ ਸੰਗ ਨਾ ਜਾਓ। ਸਾਕਤ ਦਾ ਮਤਲਬ ਰੱਬ ਦੇ ਨਾਲੋਂ ਜੋ ਟੁੱਟਿਆ ਹੋਇਆ ਹੈ, ਮੈਂ ਉਹਦੀ ਸੰਗਤ ਵਿੱਚ ਨਹੀਂ ਜਾਵਾਂ। ਜਿਹੜੇ ਚੇਲੇ ਚਪਟੇ ਬਣਾ ਬੈਠੇ ਨੇ, ਮੈਂ ਉਹਨਾਂ ਦੀ ਸੰਗਤ ਵਿੱਚ ਨਹੀਂ ਜਾਵਾਂਗਾ। ਜੋ ਦੂਜਿਆਂ ਨੂੰ ਉਪਦੇਸ਼ ਕਰਦਾ ਤੇ ਆਪ ਅਮਲ ਨਹੀਂ ਕਰਦਾ, ਮੈਂ ਉਹਦੀ ਸੰਗਤ ਵਿੱਚ ਨਹੀਂ ਜਾਵਾਂਗਾ। ਜੋ ਰੱਬੀ ਗੁਨਾਹ ਦੇ ਨਾਲੋਂ ਟੁੱਟਿਆ ਹੋਇਆ ਹੈ, ਜੋ ਰੱਬੀ ਰਜ਼ਾ ਅਨੁਸਾਰ ਜ਼ਿੰਦਗੀ ਨਹੀਂ ਜੀ ਰਿਹਾ, ਮੈਂ ਉਹਦਾ ਸੰਗ ਨਹੀਂ ਕਰਾਂਗਾ। ਬੇਸ਼ੱਕ ਮੈਨੂੰ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਆ, 10 ਨਵਾਂ ਦੀ ਕਿਰਤ ਕਮਾਈ ਕਰਦੇ ਆ, ਜੌਂ ਦੀ ਰੋਟੀ ਹੀ ਮਿਲੇ, ਸਾਦੀ ਰੋਟੀ ਹੀ ਮਿਲੇ, ਸਾਦਾ ਖਾਣਾ ਹੀ ਮਿਲੇ, ਮੇਰੀਆਂ ਮੁੱਢਲੀਆਂ ਲੋੜਾਂ ਹੀ ਪੂਰੀਆਂ ਹੋ ਸਕਣ, ਪਰ ਮੈਂ ਗੁਰੂ ਦੇ ਰਾਸਤੇ ਦਾ ਤਿਆਗ ਨਹੀਂ ਕਰਾਂਗਾ। ਮੈਂ ਯੂਨੀਵਰਸਲ ਜੋ ਟਰੁੱਥ ਹੈ, ਜੋ ਰੱਬੀ ਰਜ਼ਾ ਹੈ, ਉਹਦੇ ਵਿੱਚ ਮੈਂ ਰਹਾਂਗਾ। ਮੈਂ ਰੱਬ ਦੇ ਨਾਲੋਂ ਟੁੱਟੇ ਹੋਏ ਜਿਹੜੇ ਅਵਗੁਣਿਆਰੇ ਬੰਦੇ ਨੇ, ਉਹਨਾਂ ਦੀ ਸੰਗਤ ਨਹੀਂ ਕਰਾਂਗਾ, ਕਿਉਂਕਿ
ਅਵਗੁਣ ਯਾਰੇ ਮਾਨਸੇ ਭਲੋ ਨਾ ਕਹੇ ਕੋਈ। ਅਸੀਂ ਪਿੱਛੇ ਇਹਨਾਂ ਸਲੋਕਾਂ ਦੇ ਵਿੱਚ ਇਹ ਚੀਜ਼ਾਂ ਵਿਚਾਰ ਆਏ। ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ। ਹੁਣ ਅਗਲੇ ਸ਼ਲੋਕ ਵਿੱਚ ਸਪਸ਼ਟ ਕਰ ਰਹੇ ਨੇ ਕਿ ਗੁਰੂ ਦੀ ਸੰਗਤ ਵਿੱਚ ਕਿਉਂ ਰਹਿਣਾ ਹੈ, ਗੁਰੂ ਦੀ ਸੰਗਤ ਵਿੱਚ ਰਹਿਣ ਦਾ ਫਾਇਦਾ ਕੀ ਹੋਏਗਾ। ਤਾਂ ਕਬੀਰ ਜੀ ਦੱਸ ਰਹੇ ਨੇ, ਕਬੀਰ ਸੰਗਤ ਸਾਧ ਕੀ। ਸਾਧ ਦਾ ਮਤਲਬ ਗੁਰੂ। ਇੱਥੇ ਕੋਈ ਚੋਲੇ ਵਾਲਾ ਡੇਰੇ ਵਾਲਾ ਬਾਬੇ ਦੀ ਗੱਲ ਨਹੀਂ ਹੈ, ਗੁਰੂ ਦੀ ਗੱਲ ਹੈ। ਕਬੀਰ ਸੰਗਤ ਸਾਧ ਕੀ। ਕਬੀਰ ਜੀ ਕਹਿੰਦੇ ਨੇ ਕਿ ਜੇ ਗੁਰੂ ਦੀ ਸੰਗਤ ਕੀਤੀ ਜਾਏ, ਯਾਨੀ ਗੁਰੂ ਦੀ ਸ਼ਰਨ ਵਿੱਚ ਰਿਹਾ ਜਾਏ। ਗੁਰੂ ਦੀ ਸ਼ਰਨ ਵਿੱਚ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰਿਆ ਜਾਏ। ਜੋ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਵੇ ਆਫ ਲਾਈਫ ਦਿੰਦੇ ਨੇ, ਜੇ ਇਸ ਵੇ ਆਫ ਲਾਈਫ ਨੂੰ ਅਪਣਾਇਆ ਜਾਏ ਤਾਂ ਉਹਦੇ ਨਾਲ ਕੀ ਹੋਏਗਾ, ਦਿਨ ਦਿਨ ਦੂਣਾ ਹੇਤ। ਹੇਤ ਦਾ ਮਤਲਬ ਪਿਆਰ। ਤਾਂ ਦਿਨੋਂ ਦਿਨ ਦੂਣਾ ਪਿਆਰ ਵਧੇਗਾ। ਗੁਣਾਂ ਦੇ ਨਾਲ ਹੋਰ ਪਿਆਰ ਵਧੇਗਾ, ਰੱਬ ਦੇ ਨਾਲ ਹੋਰ ਪਿਆਰ ਵਧੇਗਾ, ਮਨੁੱਖਤਾ ਦੇ ਨਾਲ ਹੋਰ ਪਿਆਰ ਵਧੇਗਾ, ਪਰਿਵਾਰ ਦੇ ਨਾਲ ਪਿਆਰ ਬਣੇਗਾ, ਮਨੁੱਖਤਾ ਨਾਲ, ਸੰਸਾਰ ਦੇ ਨਾਲ ਪ੍ਰੀਤ ਬਣੇਗੀ। ਮਨ ਦੇ ਅੰਦਰ ਰੱਬੀ ਗੁਣਾਂ ਵਾਸਤੇ ਹੋਰ ਪਿਆਰ ਬਣੇਗਾ, ਰੱਬ ਨਾਲ ਹੋਰ ਪਿਆਰ ਬਣੇਗਾ। ਜੀਵਨ ਦੇ ਅੰਦਰ ਸ਼ੁਭ ਗੁਣ ਹੋਰ ਆਉਣਗੇ। ਦੇਖੋ, ਆਸਾ ਕੀ ਵਾਰ ਵਿੱਚ ਅਸੀਂ ਵਿਚਾਰਿਆ ਸੀ ਨਾ ਕਿ ਜੋ ਗੁਰੂ ਦੀ ਚਰਨਾਂ ਦੀ ਸ਼ਰਨ ਲੈਂਦਾ ਹੈ ਤਾਂ ਸੇਵ ਕੀਤੀ ਸੰਤੋਖੀ, ਉਹਨਾਂ ਦੀ ਜ਼ਿੰਦਗੀ ਵਿੱਚ ਸੰਤੋਖ ਆ ਜਾਂਦਾ ਹੈ, ਉਹਨਾਂ ਦੇ ਜੀਵਨ ਵਿੱਚ ਸੱਚਾਈ ਆ ਜਾਂਦੀ ਹੈ। ਉਹ ਫਿਰ ਮੰਦੇ ਪਾਸੇ ਪੈਰ ਨਹੀਂ ਧਰਦੇ, ਉਹ ਵੰਡ ਕੇ ਛਕਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕਤਾ ਆ ਜਾਂਦੀ ਹੈ, ਪੋਜ਼ਿਟਿਵ ਥਿੰਕਿੰਗ ਆ ਜਾਂਦੀ ਹੈ। ਉਹ ਹਮੇਸ਼ਾ ਸਿਫਤ ਸਲਾਹ ਕਰਦੇ ਨੇ, ਉਹ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਦੇ ਨੇ। ਤੇ ਇਸ ਤਰ੍ਹਾਂ ਕਰਦਿਆਂ ਉਹ ਰੱਬ ਦੇ ਅੰਦਰ ਸਮਾ ਕੇ ਰੱਬ ਦਾ ਹੀ ਰੂਪ ਹੋ ਜਾਂਦੇ ਨੇ। ਤਾਂ ਸਾਨੂੰ ਹਰ ਰੋਜ਼ ਦੂਣਾ ਲਾਭ ਮਿਲੇਗਾ, ਦੁੱਗਣਾ ਲਾਭ, ਹਰ ਰੋਜ਼ ਦੁੱਗਣਾ ਲਾਭ। ਸੁਖ, ਸ਼ਾਂਤੀ, ਆਨੰਦ, ਖੇੜਾ, ਰੱਬੀ ਪ੍ਰੀਤ ਬਣੇਗੀ। ਜੀਵਨ ਅੰਦਰ ਸ਼ੁਭ ਗੁਣ ਆਉਣਗੇ। ਤੇ ਦੂਜੇ ਪਾਸੇ ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਕਾਂਬਰੀ ਦਾ ਮਤਲਬ ਹੈ ਕੰਬਲੀ, ਕਾਰੀ ਦਾ ਮਤਲਬ ਕਾਲੀ, ਕਾਲੀ ਕੰਬਲੀ, ਤੇ ਸੇਤ ਦਾ ਮਤਲਬ ਸ਼ਵੇਤ ਯਾਨੀ ਚਿੱਟੀ। ਪਰ ਗੁਰੂ ਜੀ ਕਹਿੰਦੇ ਨੇ ਜੋ ਰੱਬ ਦੇ ਨਾਲੋਂ ਟੁੱਟਾ ਹੋਇਆ ਸਾਕਤ ਹੈ, ਜੋ ਰੱਬੀ ਗੁਣਾਂ ਦੇ ਨਾਲ ਪ੍ਰੀਤ ਨਹੀਂ ਪਾਉਂਦਾ, ਜੋ ਇਨਸਾਨ ਰੱਬੀ ਰਜ਼ਾ ਦੇ ਵਿੱਚ ਨਹੀਂ ਚੱਲ ਰਿਹਾ, ਜੋ ਗੁਰੂ ਦੇ ਦੱਸੇ ਰਾਹਾਂ ਤੇ ਨਹੀਂ ਤੁਰਦਾ, ਜਿਸ ਨੇ ਰੱਬੀ ਗੁਣਾਂ ਦਾ ਤਿਆਗ ਕਰ ਦਿੱਤਾ ਹੈ, ਉਹ ਕਾਲੇ ਕੰਬਲ ਦੀ ਤਰ੍ਹਾਂ ਹੈ, ਕਾਲੀ ਕੰਬਲੀ ਹੈ। ਉਹਨੂੰ ਸੈਂਕੜੇ ਵਾਰ ਵੀ ਧੋ, ਕਾਲੀ ਕੰਬਲੀ ਨੇ ਕਦੇ ਚਿੱਟਾ ਹੋਣਾ ਹੀ ਨਹੀਂ। ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਹੁਣ ਜੇ ਚਿੱਟੀ ਕੰਬਲੀ ਹੋਵੇ, ਉਹਨੂੰ ਕੋਈ ਦਾਗ ਧੱਬਾ ਲੱਗ ਜਾਏ ਤਾਂ ਧੋਣ ਦੇ ਨਾਲ ਚਿੱਟੀ ਹੋ ਸਕਦੀ ਹੈ। ਡਰਾਈ ਕਲੀਨ ਵਗੈਰਾ ਕਰਾਓਗੇ, ਦਾਗ ਉਹਦੇ ਲੈ ਸਕਦੇ ਨੇ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਕੇ। ਹੱਥ ਪੈਰ ਸਰੀਰ ਦਾ ਕੋਈ ਅੰਗ ਮਿੱਟੀ ਨਾਲ ਲਿਬੜ ਜਾਏ, ਪਾਣੀ ਨਾਲ ਧੋਤਿਆਂ ਸਾਫ਼ ਹੋ ਜਾਂਦਾ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਜੇ ਮਲ ਮੂਤਰ ਦੇ ਨਾਲ ਕੱਪੜਾ ਖਰਾਬ ਹੁੰਦਾ ਹੈ ਤਾਂ ਉਹਨੂੰ ਸਾਬਣ ਨਾਲ ਧੋਤਾ ਜਾ ਸਕਦਾ ਹੈ। ਦਾਗ ਧੱਬਾ ਚਿੱਟੇ ਕੱਪੜੇ ਤੋਂ ਲਾਇਆ ਜਾ ਸਕਦਾ। ਪਰ ਜਿਹੜੀ ਕੰਬਲੀ ਹੀ ਕਾਲੀ ਹੈ, ਕਿਸੇ ਕਾਲੀ ਭੇਡ ਦੀ ਉੱਨ ਮੁੰਨੀ ਹੋਵੇ, ਉਹਦੀ ਕੰਬਲੀ ਬਣਾਈ ਹੋਈ, ਜਿੰਨਾ ਮਰਜ਼ੀ ਧੋਈ ਜਾਓ, ਉਹਨੇ ਚਿੱਟਿਆ ਹੋਣਾ ਹੀ ਨਹੀਂ, ਕਿਉਂਕਿ ਰੰਗ ਹੀ ਕਾਲਾ ਹੈ ਨਾ। ਇਸ ਲਈ ਸਾਕਤ ਬੰਦਾ ਜਿਹੜਾ ਹੈ ਉਹ ਕਾਲੀ ਕੰਬਲੀ ਵਰਗਾ ਹੈ। ਉਹਦਾ ਸੁਭਾਅ ਹੀ ਬਣ ਜਾਂਦਾ ਹੈ, ਉਹ ਗੁਣਾਂ ਦਾ ਧਾਰਨੀ ਨਹੀਂ ਹੁੰਦਾ। ਜਿਵੇਂ ਗੁਰੂ ਜੀ ਨੇ ਸਾਨੂੰ ਪਾਵਨ ਬਾਣੀ ਵਿੱਚ ਹੋਰ ਥਾਂ ਤੇ ਵੀ ਸਮਝਾਇਆ ਹੈ ਕਿ ਜਿਵੇਂ ਚਿੱਚੜ ਹੈ, ਮੱਝ ਦੇ ਥਣ ਦੇ ਨਾਲ ਲੱਗਾ ਹੋਇਆ ਹੈ, ਮੱਝ ਦਾ ਕੱਟੀ ਕੱਟਾ ਉੱਥੋਂ ਦੁੱਧ ਪੀਂਦਾ, ਪਰ ਉਹ ਦੁੱਧ ਦੇ ਸੋਮੇ ਦੇ ਨਾਲ ਹੁੰਦਾ ਹੋਇਆ ਵੀ ਖੂਨ ਪੀਂਦਾ, ਕਿਉਂਕਿ ਸੁਭਾਅ ਹੈ ਨਾ ਉਹਦਾ ਖੂਨ ਪੀਣ ਦਾ, ਸੁਭਾਅ ਹੀ ਬਣ ਗਿਆ। ਮੈਂਡਕ ਹੈ ਡੱਡੂ, ਛੱਪੜ ਦੇ ਵਿੱਚ ਰਹਿੰਦਾ ਹੈ, ਉੱਥੇ ਕਮਲ ਦਾ ਫੁੱਲ ਵੀ ਹੈ। ਭੌਰਾ ਬਾਹਰੋਂ ਆਣ ਕੇ ਕਮਲ ਦੇ ਫੁੱਲ ਦਾ ਰਸ ਮਾਣਦਾ ਹੈ, ਪਰ ਉਹ ਕਮਲ ਦੇ ਫੁੱਲ ਦੇ ਬਿਲਕੁਲ ਨਾਲ ਥੱਲੇ ਬੈਠਾ ਹੋਇਆ ਗੰਦਗੀ ਖਾ ਰਿਹਾ, ਕਿਉਂਕਿ ਸੁਭਾਅ ਹੈ ਨਾ ਇਹਨਾਂ ਦਾ, ਤੇ ਕੁਦਰਤੀ ਹੈ। ਪਰ ਬੰਦਾ ਤਾਂ ਆਪਣਾ ਸੁਭਾਅ ਬਦਲ ਸਕਦਾ ਨਾ, ਬੰਦੇ ਦੀ ਤੇ ਆਪਣੀ ਚੁਆਇਸ ਹੈ। ਪਰ ਜੋ ਰੱਬ ਦੇ ਨਾਲੋਂ ਟੁੱਟਿਆ ਹੋਇਆ ਬੰਦਾ ਹੈ, ਉਹਨੇ ਆਪਣਾ ਸੁਭਾਅ ਹੀ ਬਣਾ ਲਿਆ ਹੁੰਦਾ ਹੈ, ਤੇ ਉਹਦਾ ਸੁਭਾਅ ਫਿਰ ਚੇਂਜ ਨਹੀਂ ਹੁੰਦਾ, ਕਿਉਂਕਿ ਹੋਣਾ ਹੀ ਨਹੀਂ ਚਾਹੁੰਦਾ। ਸੁਭਾਅ ਚੇਂਜ ਹੋਣਾ ਸੀ ਗੁਰੂ ਦੀ ਸ਼ਰਨ ਵਿੱਚ ਰਹਿਣ ਨਾਲ।
ਤੇ ਉਹ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੀ ਨਹੀਂ। ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ, ਦੂਣਾ ਪਿਆਰ ਤੇ ਵਧਣਾ ਸੀ ਗੁਰੂ ਦੀ ਸ਼ਰਨ ਵਿੱਚ ਆ ਕੇ, ਗੁਰੂ ਦੀ ਬਾਣੀ ਪੜ੍ਹ ਕੇ, ਵਿਚਾਰ ਕੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ। ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਇਆ ਹੀ ਨਹੀਂ, ਉਹਦੇ ਅੰਦਰ ਇਹ ਚੀਜ਼ਾਂ ਪੈਦਾ ਹੋਣਗੀਆਂ ਹੀ ਨਹੀਂ, ਕਿਉਂਕਿ ਉਹ ਗੁਨਾਹ ਦੀ ਗੱਲ ਸੁਣੇਗਾ ਹੀ ਨਹੀਂ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੂੰਡਾ ਮੂੰਡ ਅਜਾਏ। ਹੁਣ ਕੇਸ ਮੁੰਡਾਏ ਕਾਏ, ਮੁੰਡਾਏ ਦਾ ਮਤਲਬ ਮੁਨਾਏ, ਕਾਏ ਦਾ ਮਤਲਬ ਕਿਉਂ? ਕੁਛ ਸਾਧੂ ਨੇ ਜਿਨ੍ਹਾਂ ਬਾਰੇ ਅਸੀਂ ਪਿੱਛੇ ਵਿਚਾਰ ਕਰ ਰਹੇ ਹਾਂ ਨਾ, ਕਬੀਰ ਪ੍ਰੀਤ ਇੱਕ ਸਿਉ ਕੀਏ, ਆਨ ਦੁਬਧਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਕਰਰ ਮੁੰਡਾਏ। ਕੁਛ ਐਸੇ ਸਾਧੂ ਨੇ ਜੋ ਲੰਬੀਆਂ ਜਟਾਵਾਂ ਰੱਖਦੇ ਨੇ, ਤੇ ਇਹ ਸਮਝਦੇ ਨੇ ਕਿ ਜਟਾਵਾਂ ਰੱਖਣ ਦੇ ਨਾਲ ਹੀ ਸ਼ਾਇਦ ਪ੍ਰਭੂ ਦੀ ਪ੍ਰੀਤ ਪੈਦਾ ਹੁੰਦੀ ਹੈ, ਇਹੀ ਸਫਲਾ ਜੀਵਨ ਹੈ। ਤੇ ਦੂਜੇ ਉਹ ਸਾਧੂ ਨੇ ਜਿਨ੍ਹਾਂ ਨੇ ਰਗੜ ਮੋਨ ਕਰਤਾ ਹੈ, ਬਿਲਕੁਲ ਉਹ ਸਮਝਦੇ ਨੇ ਸ਼ਾਇਦ ਸਿਰ ਨੂੰ ਰਗੜ ਮੋਨ ਕੀਤਿਆਂ ਹੀ ਜ਼ਿੰਦਗੀ ਸਫਲ ਹੋਏਗੀ, ਰੱਬ ਮਿਲੇਗਾ। ਹੁਣ ਕਬੀਰ ਜੀ ਕਹਿ ਰਹੇ ਨੇ ਕਬੀਰ ਮਨ ਮੁੰਡਿਆ ਨਹੀਂ, ਕਿ ਮਨ ਨੂੰ ਤੇ ਮੁੰਨਿਆ ਨਹੀਂ, ਮਨ ਨੂੰ ਤੇ ਵਸ ਵਿੱਚ ਕੀਤਾ ਨਹੀਂ। ਵਿਕਾਰ ਤੇ ਮਨ ਵਿੱਚ ਪੈਦਾ ਹੋ ਰਹੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ ਵਗੈਰਾ ਵਗੈਰਾ। ਵਿਚਾਰ ਤੇ ਮਾੜੇ ਮਨ ਵਿੱਚ ਆ ਰਹੇ ਨੇ। ਪਰਤਰੇ ਪਰਤਨ ਰੂਪ ਨੂੰ ਕਾਮੁਕ ਔਰ ਲਲਚਾਈਆਂ ਨਜ਼ਰਾਂ ਦੇ ਨਾਲ ਤੱਕਣ ਦੇ ਵਿਚਾਰ ਤੇ ਮਨ ਵਿੱਚ ਆ ਰਹੇ ਨੇ। ਤੇ ਮਨ ਨੂੰ ਤੂੰ ਮੁੰਨਿਆ ਨਹੀਂ, ਮਨ ਨੂੰ ਕਾਬੂ ਕੀਤਾ ਨਹੀਂ। ਕੇਸ ਮੁੰਡਾਏ ਕਾਏ, ਤੇ ਸਿਰ ਦੇ ਵਾਲ ਤੇ ਤੂੰ ਐਵੇਂ ਮੁਨਾ ਦਿੱਤੇ ਨਾ। ਇਹਨਾਂ ਦਾ ਤੇ ਕੋਈ ਲਾਭ ਨਾ ਹੋਇਆ, ਤੂੰ ਰਗੜ ਮੂਨ ਸਾਧੂ ਬਣਿਆ ਹੋਇਆ, ਇਹਨਾਂ ਦਾ ਤੇ ਕੋਈ ਲਾਭ ਨਹੀਂ, ਇਹ ਤੂੰ ਐਵੇਂ ਮਨਾ ਦਿੱਤਾ। ਮੁੰਨਣਾ ਤੇ ਮਨ ਨੂੰ ਸੀ, ਕੰਟਰੋਲ ਤਾਂ ਮਨ ਨੂੰ ਕਰਨਾ ਸੀ, ਪਰ ਤੂੰ ਸਿਰ ਤੇ ਉਸ ਤਰ੍ਹਾਂ ਫਰਾਈ ਫਿਰਨਾ ਹੈ। ਜੋ ਕਿਛ ਕੀਆ ਸੋ ਮਨ ਕੀਆ, ਜਿਹੜੇ ਵੀ ਚੰਗੀ ਜਾਂ ਮਾੜੀ ਸੋਚ ਪੈਦਾ ਕੀਤੀ ਉਹ ਤੇ ਮਨ ਨੇ ਪੈਦਾ ਕੀਤੀ। ਵਿਕਾਰ, ਸ਼ੁਭ ਗੁਣ ਜਾਂ ਅਸ਼ੁਭ ਗੁਣ ਜੋ ਵੀ ਹੈ ਕੀਤਾ ਤੇ ਮਨ ਨੇ ਹੈ। ਚੰਗੇ ਜਾਂ ਮਾੜੇ ਵਿਚਾਰ ਤੇ ਸਾਡੇ ਮਨ ਵਿੱਚੋਂ ਪੈਦਾ ਹੋ ਰਹੇ ਨਾ। ਹੁਣ ਦੇਖੋ ਤੁਹਾਡਾ ਮਨ ਵਿੱਚ ਵਿਚਾਰ ਆਏ ਕਿ ਅਸੀਂ ਗੁਰਮਤਿ ਕਲਾਸ ਲਗਾਈਏ, ਤਾਂ ਉਸ ਵਿਚਾਰ ਨੇ ਇਹ ਉਪਰਾਲਾ ਜਿਹੜਾ ਹੈ ਇਹ ਸਫਲ ਕੀਤਾ। ਅਸੀਂ ਕਲਾਸ ਲਗਾ ਰਹੇ ਹਾਂ ਕਿਉਂਕਿ ਮਨ ਵਿੱਚ ਵਿਚਾਰ ਆਇਆ, ਇਹ ਚੰਗਾ ਵਿਚਾਰ ਸੀ। ਪਰ ਦੂਜੇ ਕਿਸੇ ਦੇ ਮਨ ਦੇ ਅੰਦਰ ਇਹ ਵਿਚਾਰ ਆਇਆ ਕਿ ਅਸੀਂ ਚੱਲ ਕੇ ਠੇਕੇ ਤੇ ਸ਼ਰਾਬ ਪੀਂਦੇ ਹਾਂ, ਉਹ ਸ਼ਰਾਬ ਪੀਣ ਚਲੇ ਗਏ, ਤਾਂ ਉਹਨਾਂ ਦਾ ਵਿਚਾਰ ਵੀ ਮਨ ਵਿੱਚੋਂ ਆਇਆ ਨਾ। ਸਾਡੇ ਮਨ ਵਿੱਚ ਵਿਚਾਰ ਆਇਆ ਕਿ ਗੁਰਦੁਆਰਾ ਸਾਹਿਬ ਚੱਲਦੇ ਹਾਂ, ਬਾਣੀ ਪੜਾਂਗੇ, ਬਾਣੀ ਸੁਣਾਂਗੇ, ਕਥਾ ਕੀਰਤਨ ਸੁਣਾਂਗੇ ਜਾਂ ਉੱਥੇ ਸੇਵਾ ਕਰਾਂਗੇ। ਮਨ ਵਿੱਚ ਹੀ ਵਿਚਾਰ ਆਇਆ, ਅਸੀਂ ਗੁਰਦੁਆਰਾ ਸਾਹਿਬ ਚਲੇ ਗਏ। ਦੂਜੇ ਕਿਸੇ ਦੇ ਮਨ ਵਿੱਚ ਵਿਚਾਰ ਆਇਆ ਕਿ ਫਿਲਮ ਦੇਖ ਕੇ ਆਉਣੇ ਆ, ਤੇ ਸਾਥੀ ਲੈ ਕੇ ਪਿਕਚਰ ਹਾਲ ਚਲੇ ਗਏ। ਵਿਚਾਰ ਤਾਂ ਮਨ ਵਿੱਚ ਆ ਰਿਹਾ। ਤਾਂ ਕਬੀਰ ਜੀ ਕਹਿ ਰਹੇ ਨੇ ਜੋ ਕੁਛ ਕੀਤਾ ਉਹ ਤੇ ਤੇਰੇ ਮਨ ਨੇ ਕੀਤਾ। ਮੂੰਡਾ ਮੂੰਡ ਅਜਾਏ, ਜਿਹੜਾ ਸਿਰੇ ਇਹਨੂੰ ਤੇ ਤੂੰ ਐਵੇਂ ਹੀ ਮਨਾ ਦਿੱਤਾ, ਬੇਕਾਰ ਵਿੱਚ ਵਿਅਰਥ ਹੀ ਮਨਾ ਦਿੱਤਾ। ਸਿਰ ਮਨਾਣਾ ਤੇਰਾ ਵਿਅਰਥ ਹੈ, ਮੁੰਨਣਾ ਸੀ ਮਨ ਨੂੰ। ਇਸ ਲਈ ਮਨ ਨੂੰ ਕੰਟਰੋਲ ਕਰਨਾ ਹੈ, ਮਨ ਦੇ ਅੰਦਰ ਸ਼ੁਭ ਵਿਚਾਰ ਪੈਦਾ ਕਰਨੇ ਨੇ। ਜੇ ਸਾਡੇ ਮਨ ਦੇ ਅੰਦਰ ਸ਼ੁਭ ਵਿਚਾਰ ਨਹੀਂ ਹਨ ਤੇ ਬਾਹਰੀ ਭੇਖ ਜਿਹੜਾ ਹੈ ਉਹ ਕੁਝ ਸਵਾਰੇਗਾ ਨਹੀਂ। ਤਾਂ ਇਸ ਲਈ ਕਬੀਰ ਜੀ ਸਾਨੂੰ ਇਹ ਚੀਜ਼ਾਂ ਸਮਝਾ ਰਹੇ ਨੇ ਕਿ ਇਹ ਜਿਹੜੇ ਕਰਮ ਕਰਨ ਵਾਲੇ ਨੇ ਇਹਨਾਂ ਦਾ ਨਾਲ ਸੰਬੰਧ ਰੱਖਣ ਦਾ ਕੋਈ ਬਹੁਤਾ ਲਾਭ ਹੋਣਾ ਨਹੀਂ, ਕਿਉਂਕਿ ਜਿਹੜੇ ਵੀ ਆ ਡੇਰੇ ਸ਼ੇਰੇ ਬਣਾਈ ਫਿਰਦੇ ਨੇ ਤੇ ਉਹਨਾਂ ਦੇ ਵਿੱਚ ਪ੍ਰੋਬਲਮਸ ਤਾਂ ਹੈਗੀਆਂ ਨੇ। ਕੰਟਰੋਲ ਤੇ ਮਨ ਨੂੰ ਕਰਨਾ ਸੀ, ਮਨ ਨੂੰ ਕੰਟਰੋਲ ਕੀਤਾ ਨਹੀਂ ਹੈ। ਤੇ ਮਨ ਕੰਟਰੋਲ ਹੋਣਾ ਸੀ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ, ਜਿਵੇਂ ਅਸੀਂ ਪਿਛਲੇ ਸ਼ਲੋਕ ਵਿੱਚ ਪੜ੍ਹਿਆ ਹੈ ਕਿ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ। ਗੁਰੂ ਦੀ ਸੰਗਤ ਦੇ ਵਿੱਚੋਂ ਸਾਨੂੰ ਇਹ ਚੀਜ਼ਾਂ ਮਿਲਦੀਆਂ ਸੀ। ਹੁਣ ਅਗਲੇ ਸ਼ਲੋਕ ਦੇ ਵਿੱਚ ਹੋਰ ਸਪਸ਼ਟ ਕਰ ਰਹੇ ਨੇ, ਕਬੀਰ ਰਾਮ ਨਾ ਛੋਡੀਏ, ਤਨ ਧਨ ਜਾਏ ਤਾਂ ਜਾਓ, ਚਰਨ ਕਮਲ ਚਿਤ ਵਿਧਿਆ, ਰਾਮ ਹੈ ਨਾਮ ਸਮਾਓ। ਰਾਮ ਨਾ ਛੋਡੀਏ, ਰਾਮ ਦਾ ਮਤਲਬ ਰਮਿਆ ਹੋਇਆ, ਜੋ ਜ਼ਰਰੇ ਜ਼ਰਰੇ ਦੇ ਅੰਦਰ ਸਮਾਇਆ ਹੋਇਆ ਹੈ। ਛੋਡੀਏ ਦਾ ਮਤਲਬ ਕਿ ਉਹਨੂੰ ਛੱਡੋ ਨਾ, ਉਹਦੇ ਨਾਲ ਆਪਣਾ ਸੰਬੰਧ ਬਣਾਓ, ਉਹਦੇ ਨਾਲ ਆਪਣੀ ਮਨ ਦੀ ਸੋਚ ਨੂੰ ਜੋੜ ਕੇ ਰੱਖੋ। ਇਹ ਚੀਜ਼ ਨੂੰ ਹਮੇਸ਼ਾ ਯਾਦ ਵਿੱਚ ਰੱਖੋ ਕਿ ਰੱਬ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਇਸ ਚੀਜ਼ ਨੂੰ ਭੁੱਲੋ ਨਾ, ਇਹ ਚੀਜ਼ ਨੂੰ ਛੱਡੋ ਨਾ। ਅਸੀਂ ਜਪਜੀ ਸਾਹਿਬ ਵਿੱਚ ਪੜ੍ਹਿਆ ਸੀ ਨਾ, ਗੁਰਾ
एक देह बुझाई सबना जियां का एक दाता, सो मैं विसर ना जाई। बुझाई ਦਾ मीनिंग ਸੀ ਸਿੱਖਿਆ, ਸਮਝ, ਕਿ ਇਹ ਗੁਰੂ ਮੈਨੂੰ ਇਹ ਸਮਝ ਦੇ ਕਿ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਜੋ ਰੱਬ ਹੈ ਉਹ ਮੈਨੂੰ ਭੁੱਲੇ ਨਾ, ਉਹਦੇ ਗੁਣ ਮੈਨੂੰ ਭੁੱਲਣ ਨਾ, ਇਹ ਚੀਜ਼ ਮੈਨੂੰ ਕਦੇ ਭੁੱਲ ਨਾ ਜਾਏ। ਤਾਂ ਰੱਬ ਸਾਰਿਆਂ ਦੇ ਵਿੱਚ ਹੈ, ਇਹ ਚੀਜ਼ ਨੂੰ ਛੱਡੋ ਨਾ। ਇਹਦੇ ਨਾਲ ਫਾਇਦਾ ਕੀ ਹੋਏਗਾ? ਜਦੋਂ ਅਸੀਂ ਸਭ ਦੇ ਅੰਦਰ ਰੱਬ ਦੀ ਜੋਤ ਵੇਖਾਂਗੇ ਨਾ, ਫਿਰ ਸਾਨੂੰ ਜਾਤ ਨਹੀਂ ਦਿਸੇਗੀ। ਇਸ ਲਈ ਗੁਰੂ ਜੀ ਨੇ ਥਾਂ ਪਰ ਥਾਂ ਕਿਹਾ ਹੈ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ। ਫਿਰ ਜਾਤੀ ਕਰਕੇ ਕਿਸੇ ਨਾਲ ਅਸੀਂ ਨਫ਼ਰਤ ਨਹੀਂ ਕਰਾਂਗੇ ਕਿ ਉੱਚੀ ਜਾਤ ਦਾ, ਨੀਵੀਂ ਜਾਤ ਦਾ। ਜਾਤੀਵਾਦ ਖਤਮ ਹੋਏਗਾ ਜਦੋਂ ਅਸੀਂ ਇਸ ਗੱਲ ਨੂੰ ਪੱਲੇ ਬੰਨਾਂਗੇ ਕਿ ਸਾਰਿਆਂ ਵਿੱਚ ਰੱਬ ਹੈ। ਦੂਜੀ ਗੱਲ, ਜਦੋਂ ਹਰ ਇਨਸਾਨ ਇਹ ਸਮਝੇਗਾ ਕਿ ਹਰ ਦੂਜੇ ਇਨਸਾਨ ਵਿੱਚ ਰੱਬ ਵਸਦਾ ਹੈ, ਤਾਂ ਫਿਰ ਉਹਦੇ ਨਾਲ ਕਿਸੇ ਵੀ ਤਰ੍ਹਾਂ ਨਫ਼ਰਤ ਨਹੀਂ ਕਰੇਗਾ, ਧੋਖਾ ਨਹੀਂ ਕਰੇਗਾ, ਵਿਸ਼ਵਾਸਘਾਤ ਨਹੀਂ ਕਰੇਗਾ। ਫਿਰ ਹਰ ਧੀ ਭੈਣ ਨੂੰ ਬੰਦਾ ਆਪਣੀ ਧੀ ਭੈਣ ਕਰਕੇ ਸਮਝੇਗਾ। ਇਸ ਲਈ ਜ਼ਰੂਰਤ ਹੈ ਇਸ ਚੀਜ਼ ਦੀ, ਕਬੀਰ ਰਾਮ ਨਾ ਛੋਡੀਐ, ਰੱਬੀ ਗੁਣਾ ਦਾ ਕਦੇ ਤਿਆਗ ਨਾ ਕਰੋ। ਰੱਬੀ ਗੁਣਾ ਦੇ ਹਮੇਸ਼ਾ ਧਾਰਨੀ ਰਹੋ, ਔਰ ਇਹ ਗੱਲ ਕਦੇ ਨਾ ਭੁੱਲੋ ਕਿ ਉਹ ਰੱਬ ਰਾਮ ਹੈ। ਰਾਮ ਦਾ ਮਤਲਬ ਜਰਰੇ ਜਰਰੇ ਵਿੱਚ ਰਮਿਆ ਹੋਇਆ, ਹਰ ਥਾਂ ਤੇ ਸਮਾਇਆ ਹੋਇਆ ਹੈ। ਇਹ ਗੱਲ ਨੂੰ ਕਦੇ ਨਾ ਛੱਡੋ, ਕਦੇ ਨਾ ਭੁੱਲੋ, ਹਮੇਸ਼ਾ ਆਪਣੀ ਸੁਰਤ ਦੇ ਅੰਦਰ ਵਸਾ ਕੇ ਰੱਖੋ ਔਰ ਇਹਦੇ ਤੇ ਅਮਲ ਕਰੋ। ਤਨ ਧਨ ਜਾਏ ਤਾਂ ਜਾਓ, ਬੇਸ਼ੱਕ ਤਨ ਔਰ ਤਨ ਜਾਂਦਾ ਹੈ ਤੇ ਚਲਾ ਜਾਏ। ਯਾਨੀ ਰੱਬੀ ਰਜ਼ਾ ਦੇ ਵਿੱਚ ਰਹਿਣਾ ਹੈ, ਰੱਬੀ ਗੁਣਾ ਦੇ ਧਾਰਨੀ ਹੋਣਾ ਹੈ। ਜੇ ਤਨ ਤਨ ਜਾਂਦਾ ਹੈ ਤੇ ਜਾਵੇ, ਯਾਨੀ ਤਨ ਔਰ ਧਨ ਨੂੰ ਬਚਾਉਣ ਵਾਸਤੇ ਜੇ ਰੱਬੀ ਗੁਣਾ ਨੂੰ ਛੱਡੋਗੇ ਤੇ ਜ਼ਮੀਰ ਮਰ ਜਾਏਗੀ। ਹਕੀਕਤ ਹੈ, ਜਿਹੜੇ ਲੋਕ ਇਹ ਚੀਜ਼ਾਂ ਸਮਝ ਲੈਂਦੇ ਨੇ, ਆਪਣੀ ਜ਼ਿੰਦਗੀ ਦਾ ਗੋਲ ਬਣਾ ਲੈਂਦੇ ਨੇ, ਉਹ ਲੋਕ ਫਿਰ ਕੁਰਬਾਨੀ ਵੀ ਦੇ ਜਾਂਦੇ ਨੇ, ਔਰ ਉਹ ਕੁਰਬਾਨੀ ਦੇਣ ਤੋਂ ਫਿਰ ਡਰਦੇ ਵੀ ਨਹੀਂ। ਫਿਰ ਉਹ ਕਹਿ ਦਿੰਦੇ ਨੇ, ਸੂਰਾ ਸੋ ਪਹਿਚਾਨੀਏ, ਲਰੇ ਦੀਨ ਕੇ ਹੀਤ, ਪੁਰਜਾ ਪੁਰਜਾ ਕੱਟ ਮਰੇ, ਕਭੂ ਨਾ ਛਾੜੇ ਖੀਤ। ਔਰ ਗੁਰੂ ਪਾਤਸ਼ਾਹ ਜੀ ਨੇ ਤਾਂ ਪਹਿਲਾਂ ਬਚਨ ਹੀ ਇਹ ਕੀਤਾ ਹੈ ਕਿ ਜੇ ਧਰਮ ਦੇ ਰਾਹ ਤੇ ਚੱਲਣਾ ਹੈ, ਜੇ ਰੱਬ ਦੇ ਨਾਲ ਪਿਆਰ ਕਰਨਾ ਹੈ, ਗੁਰੂ ਦੇ ਨਾਲ ਪਿਆਰ ਪਾਉਣਾ ਹੈ, ਜੇ ਯੂਨੀਵਰਸਲ ਟਰੂਥ ਨੂੰ ਸਮਝਣਾ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ, ਤਾਂ ਫਿਰ ਆਪਣੇ ਸਿਰ ਜਿਹੜਾ ਹੈ ਨਾ, ਘਰੋਂ ਹੀ ਤਲੀ ਤੇ ਧਰ ਕੇ ਆਵੀਂ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇੱਕ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਫਿਰ ਇਹ ਮੋਹ ਨੂੰ ਤਿਆਗ ਕੇ, ਅਹੰਕਾਰ ਨੂੰ ਤਿਆਗ ਕੇ ਹੀ ਇਹ ਸਾਰਾ ਕੁਝ ਹੋ ਸਕਦਾ ਹੈ। ਤਾਂ ਕਬੀਰ ਜੀ ਕਹਿੰਦੇ ਨੇ, ਤਨ ਤਨ ਜਾਏ ਤਾਂ ਜਾਓ, ਯਾਨੀ ਤਨ ਔਰ ਧਨ ਦਾ ਮੋਹ ਜਾਂਦਾ ਜਾਵੇ। ਮੈਂ ਰੱਬੀ ਗੁਣਾ ਦਾ ਤਿਆਗ ਨਹੀਂ ਕਰਾਂਗਾ। ਚਰਨ ਕਮਲ ਚਿਤ ਵਿਧਿਆ, ਰਾਮਹਿ ਨਾਮ ਸਮਾਓ। ਚਰਨ ਕਮਲ ਦਾ ਮਤਲਬ ਰੱਬ ਦੇ ਜੋ ਕਮਲ ਵਰਗੇ ਸੋਹਣੇ ਚਰਨ ਨੇ। ਵਿਧਿਆ ਦਾ ਮਤਲਬ ਵਿਝਿਆ ਰਹਿ। ਰਾਮਹਿ ਨਾਮ ਦਾ ਮਤਲਬ ਰੱਬ ਦੇ ਨਾਮ ਵਿੱਚ, ਹੁਕਮ ਵਿੱਚ। ਸਮਾਓ ਦਾ ਮਤਲਬ ਸਮਾਇਆ ਰਹੇ। ਸਾਡਾ ਚਿੱਤ ਜਿਹੜਾ ਹੈ ਪ੍ਰਭੂ ਦੇ ਚਰਨਾਂ ਵਿੱਚ ਜ਼ਰੂਰ ਵਿਝਿਆ ਰਹੇ, ਪ੍ਰਭੂ ਦੇ ਹੁਕਮ ਦੇ ਅੰਦਰ ਸਮਾਇਆ ਰਹੇ। ਨਾਮ ਦਾ ਮਤਲਬ ਹੁਕਮ, ਰੱਬੀ ਹੁਕਮ ਦੇ ਅੰਦਰ ਮਨ ਸਮਾਇਆ ਰਹੇ। ਇਹ ਚੀਜ਼ ਕਦੇ ਨਹੀਂ ਭੁੱਲਣੀ, ਕਿਉਂਕਿ ਜਦੋਂ ਅਸੀਂ ਹੁਕਮ ਵਿੱਚ ਤੁਰਾਂਗੇ ਤਾਂ ਜੀਵਨ ਵਿੱਚ ਸਫਲਤਾ ਹੋਏਗੀ। ਚਾਹੇ ਉਹ ਕੋਈ ਵੀ ਜ਼ਿੰਦਗੀ ਦਾ ਕੋਈ ਵੀ ਪੱਖ ਹੈ, ਹੁਕਮ ਦੇ ਵਿੱਚ ਰਹਿ ਕੇ। ਹੁਕਮ ਦਾ ਮਤਲਬ ਸਿਸਟਮ। ਕੁਝ ਰਿਕੁਆਇਰਮੈਂਟਸ ਹੁੰਦੀਆਂ ਨੇ ਹਰ ਚੀਜ਼ ਦੀਆਂ, ਉਹ ਰਿਕੁਆਇਰਮੈਂਟ ਪੂਰੀਆਂ ਕਰਨੀਆਂ ਹੀ ਪੈਣਗੀਆਂ। ਤਾਂ ਕਬੀਰ ਜੀ ਕਹਿੰਦੇ ਨੇ, ਸਾਡਾ ਜਿਹੜਾ ਮਨ ਹੈ ਪ੍ਰਭੂ ਦੇ ਸੋਹਣੇ ਚਰਨਾਂ ਕਮਲਾਂ ਵਿੱਚ। ਚਰਨ ਕਮਲ ਦਾ ਮਤਲਬ ਜਿਹੜੇ ਰੱਬ ਦੇ ਗੁਣ ਨੇ, ਸੱਚਾਈ ਹੈ, ਦਇਆ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਇਹਨਾਂ ਦੇ ਅੰਦਰ ਸਾਡਾ ਮਨ ਸਮਾਇਆ ਰਹੇ। ਇਹਨਾਂ ਵਾਸਤੇ ਜੇ ਇਹਨਾਂ ਦੇ ਧਾਰਨੀ ਹੋਣ ਲਈ ਜੇ ਤਨ ਤਨ ਦਾ ਤਿਆਗ ਵੀ ਕਰਨਾ ਪੈਂਦਾ ਹੈ ਤਾਂ ਹੋ ਜਾਵੇ। ਕਬੀਰ ਜੋ ਹਮ ਜੰਤ ਬਜਾਵਤੇ, ਟੂਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੇ, ਚਲੇ ਬਜਾਵਨ ਹਾਰ। ਜੰਤ ਦਾ ਮਤਲਬ ਹੈ ਯੰਤਰ, ਯਾਨੀ ਵਾਜਾ। ਜੰਤ ਦਾ ਮਤਲਬ ਇੱਥੇ ਵਾਜਾ, ਤੇ ਇੱਥੇ ਵਾਜੇ ਦਾ ਮਤਲਬ ਹੈ ਸਰੀਰ ਦਾ ਮੋਹ। ਟੂਟ ਗਈ, ਇਹਨੂੰ ਗਈ ਨਹੀਂ ਪੜਨਾ, ਬਿੰਦੀ ਲਗਾ ਕੇ ਗਈ, ਪਹਿਲਾਂ ਹੀ ਬਿੰਦੀ ਲੱਗੀ ਹੋਈ ਹੈ, ਗਈ। ਟੂਟ ਗਈ ਸਭ ਤਾਰ,
टूट गई का मतलब टुट गईयां, तार का मतलब मोह दियां तारां, जो शरीरक मोह दियां तारां सन। ਤਾਂ ਕਬੀਰ ਜੀ ਕਹਿੰਦੇ ਨੇ ਤਨ ਤਨ ਜਾਣ ਤੇ ਵੀ ਜੇ ਮੇਰਾ ਮਨ ਰਾਮੇ ਨਾਮ ਸਮਾਇਆ ਰਹੇ ਤਾਂ ਇਹ ਸੌਦਾ ਬੜਾ ਸਸਤਾ ਹੈ। ਕਿਉਂਕਿ ਪ੍ਰਭੂ ਦੇ ਨਾਮ ਤੋਂ ਗੁਨਾਹ ਤੋਂ ਖੁੰਝ ਕੇ ਸਰੀਰ ਮੋਹ ਦਾ ਜਿਹੜਾ ਵਾਜਾ ਮੈਂ ਸਦਾ ਵਜਾਉਂਦਾ ਰਹਿੰਦਾ ਸੀ ਨਾ, ਹੁਣ ਰੱਬੀ ਗੁਨਾਹ ਦੀ ਬਰਕਤ ਨਾਲ ਉਹਦੀਆਂ ਮੋਹ ਦੀਆਂ ਸਾਰੀਆਂ ਤਾਰਾਂ ਟੁੱਟ ਗਈਆਂ। ਹੁਣ ਹਰ ਬੰਦਾ ਵਾਜਾ ਵਜਾ ਰਿਹਾ ਨਾ, ਦੇਖੋ ਕਿਸੇ ਕਿਸੇ ਕਿਸਮ ਦੇ ਵਾਜੇ ਵੱਜ ਰਹੇ ਨੇ ਸਾਡੇ ਅੰਦਰ। ਕੋਈ ਕ੍ਰੋਧ ਦਾ ਵਾਜਾ ਕਿਸ ਦੇ ਅੰਦਰ ਵੱਜ ਰਿਹਾ ਹੈ, ਮਾੜੀ ਜੀ ਗੱਲ ਕਹਿ ਕੇ ਦੇਖੋ ਨਾਲ ਦੇ ਨਾਲ ਵਾਜਾ ਸ਼ੁਰੂ ਹੋ ਜਾਂਦਾ ਨਾ, ਉੱਚੀਆਂ ਉੱਚੀਆਂ ਵਾਜਾਂ। ਕਿਸੇ ਦੇ ਅੰਦਰ ਲੋਭ ਦਾ ਵਾਜਾ ਵੱਜ ਰਿਹਾ ਹੈ, ਅੰਦਰੋਂ ਆਵਾਜ਼ ਆ ਰਹੀ ਹੈ ਕਿ ਬੇਗਾਨਾ ਹੱਕ ਜੇ ਮਿਲਦਾ ਤੇ ਖਾ ਜਾਓ, ਜੋ ਕੁਛ ਆਉਂਦਾ ਹੜਪ ਜਾਓ। ਮੋਹ ਦਾ ਵਾਜਾ ਵੱਜ ਰਿਹਾ ਹੈ, ਲੋਭ ਦਾ ਵਾਜਾ ਅੰਦਰ ਵੱਜ ਰਿਹਾ ਹੈ। ਕੁਝ ਘੱਟ ਲੋਕ ਨੇ ਜਿਨ੍ਹਾਂ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਸ਼ੁਭ ਗੁਣਾਂ ਦੇ ਵਾਜੇ ਵੱਜ ਰਹੇ ਨੇ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਹਨ ਕਿ ਜਦੋਂ ਕੋਈ ਇਨਸਾਨ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਰੱਬੀ ਰਜ਼ਾ ਵਿੱਚ ਰਹਿੰਦਾ ਹੈ, ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਤਾਂ ਜਿਹੜਾ ਅਸੀਂ ਸਰੀਰਕ ਮੋਹ ਦਾ ਵਾਜਾ ਵਜਾਉਂਦੇ ਰਹਿੰਦੇ ਹਾਂ ਨਾ, ਉਹ ਮੋਹ ਦੀਆਂ ਸਾਰੀਆਂ ਤਾਰਾਂ ਟੁੱਟ ਜਾਂਦੀਆਂ ਨੇ, ਫਿਰ ਉਹ ਵਾਜਾ ਨਹੀਂ ਵੱਜਦਾ। ਜੰਤ ਵਿਚਾਰਾ ਕਿਆ ਕਰੇ ਚੱਲੇ ਬਜਾਵਨ ਹਾਰ। ਜੰਤ ਦਾ ਮਤਲਬ ਵਾਜਾ। ਹੁਣ ਇਹ ਵਾਜਾ ਵਿਚਾਰਾ ਕੀ ਕਰ ਸਕਦਾ ਹੈ? ਰੱਬੀ ਗੁਣਾਂ ਦੇ ਨਾਲ ਚੱਲੇ ਬਜਾਵਨ ਹਾਰ ਦਾ ਮਤਲਬ ਜਿਹੜਾ ਇਹ ਵਾਜਾ ਵਜਾ ਰਿਹਾ ਸੀ ਨਾ ਮਨ, ਉਹ ਮਨ ਹੀ ਮਰ ਗਿਆ, ਉਹ ਮਨ ਹੀ ਨਹੀਂ ਰਿਹਾ। ਹੁਣ ਵਾਜਾ ਤੇ ਤਾਂ ਵੱਜੇਗਾ ਜੇ ਕੋਈ ਵਜਾਉਣ ਵਾਲਾ ਹੋਏਗਾ, ਵਜਾਉਣ ਵਾਲਾ ਮਰ ਹੀ ਗਿਆ। ਜਿਹੜਾ ਮੋਹ ਦਾ ਵਾਜਾ ਵਜਾ ਰਿਹਾ ਸੀ, ਵਿਕਾਰਾਂ ਦਾ ਵਾਜਾ ਵਜਾ ਰਿਹਾ ਸੀ, ਉਹ ਮਨ ਹੀ ਮਰ ਗਿਆ। ਹੁਣ ਵਾਜਾ ਕੀ ਕਰੇਗਾ? ਤਾਂ ਇਹ ਸਾਰੇ ਸ਼ਬਦ ਦਾ ਜੋ ਭਾਵ ਇਹ ਹੈ ਕਿ ਬੰਦਾ ਸਾਰੀ ਜ਼ਿੰਦਗੀ ਸੈਲਫਿਸ਼ਨੈਸ ਵਾਲੀ ਜ਼ਿੰਦਗੀ ਜੀਂਦਾ ਹੈ, ਮੋਹ ਦੇ ਵਿੱਚ ਫਸਦਾ ਹੈ, ਲੋਭ ਹੈ, ਕ੍ਰੋਧ ਹੈ, ਪਾਪ ਨੇ, ਵਿਕਾਰ ਨੇ, ਇਹਨਾਂ ਦਾ ਧਾਰਨੀ ਹੋਇਆ ਰਹਿੰਦਾ ਹੈ, ਤੇ ਇਸ ਤਰ੍ਹਾਂ ਆਪਣੇ ਜੀਵਨ ਨੂੰ ਦੁਖੀ ਔਰ ਅਸ਼ਾਂਤ ਵੀ ਰੱਖਦਾ ਹੈ, ਆਪਣੇ ਜੀਵਨ ਨੂੰ ਬਰਬਾਦ ਵੀ ਕਰਦਾ ਹੈ, ਤੇ ਕੱਲਾ ਆਪ ਬਰਬਾਦ ਨਹੀਂ ਹੁੰਦਾ, ਦੂਜਿਆਂ ਦੀ ਬਰਬਾਦੀ ਦਾ ਕਾਰਨ ਬਣਦਾ ਹੈ, ਹੋਰਨਾਂ ਦੀਆਂ ਕੰਮਾਂ ਦੇ ਵਿੱਚ ਲੱਤਾਂ ਅੜਾਉਂਦਾ ਹੈ, ਹੋਰਨਾਂ ਲੋਕਾਂ ਦੇ ਨਾਲ ਲੜਾਈ ਦੰਗੇ ਫਸਾਦ ਕਰਦਾ ਹੈ, ਹੋਰਨਾਂ ਲੋਕਾਂ ਨੂੰ ਹੀ ਦੁੱਖ ਦਿੰਦਾ ਹੈ। ਪਰ ਜਦੋਂ ਅਸੀਂ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਾਂ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦੇ ਹਾਂ, ਤਾਂ ਉਹ ਜਿਹੜਾ ਮਨ ਹੈ ਜੋ ਵਿਕਾਰਾਂ ਵੱਲ ਦੌੜਦਾ ਸੀ, ਉਹ ਹੁਣ ਵਿਕਾਰਾਂ ਵੱਲ ਦੌੜਨ ਦੀ ਬਜਾਏ ਸ਼ੁਭ ਗੁਣਾਂ ਦੇ ਨਾਲ ਜੁੜਦਾ ਹੈ। ਉਹ ਮਨ ਹੀ ਨਹੀਂ ਰਿਹਾ ਜਿਹੜਾ ਵਿਕਾਰਾਂ ਦੇ ਵਾਜੇ ਵਜਾਉਂਦਾ ਸੀ। ਤਾਂ ਇਸ ਤਰ੍ਹਾਂ ਸਾਡੀ ਜੋ ਜ਼ਿੰਦਗੀ ਹੈ ਬਦਲ ਸਕਦੀ ਹੈ। ਹਰ ਇਨਸਾਨ ਦੇ ਅੰਦਰ ਇਹ ਪੋਸੀਬਿਲਿਟੀ ਹੈ। ਜਿੰਨੀਆਂ ਵੀ ਮਾੜੀਆਂ ਆਦਤਾਂ ਨੇ ਉਹਨਾਂ ਨੂੰ ਮੁਕਾਇਆ ਜਾ ਸਕਦਾ ਹੈ, ਆਪਣੇ ਮਾੜੇ ਜੀਵਨ ਨੂੰ ਬਦਲ ਕੇ ਚੰਗੇ ਜੀਵਨ ਵਿੱਚ ਬਦਲਿਆ ਜਾ ਸਕਦਾ ਹੈ, ਨੀਵੀਂ ਸੋਚ ਨੂੰ ਉੱਚੀ ਔਰ ਵਿਸ਼ਾਲ ਕੀਤਾ ਜਾ ਸਕਦਾ ਹੈ ਜੇ ਬੰਦਾ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣ ਦਾ ਯਤਨ ਕਰੇ। ਕਬੀਰ ਮਾਏ ਮੁੰਡੋਂ ਤੇ ਗੁਰੂ ਕੀ, ਜਾਤੇ ਭਰਮ ਨਾ ਜਾਏ, ਆਪ ਡੁੱਬੇ ਚਹੁ ਵੇਦ ਮਹਿ, ਚੇਲੇ ਦੀਏ ਬਹਾਏ। ਇੱਥੇ ਮਾਏ ਦਾ ਮਤਲਬ ਹੈ ਮੱਤ। ਵੈਸੇ ਮਾਏ ਦਾ ਮਤਲਬ ਧਨ ਦੌਲਤ ਵੀ ਹੁੰਦਾ ਹੈ, ਮਾਏ ਦਾ ਮਤਲਬ ਮਾਇਆ ਵੀ ਹੈ, ਮਾਏ ਦਾ ਮਤਲਬ ਮਾਂ ਵੀ ਹੈ, ਤੇ ਇੱਥੇ ਮਾਏ ਦਾ ਮਤਲਬ ਮੱਤ, ਕਿਉਂਕਿ ਬਾਣੀ ਵਿੱਚ ਆਉਂਦਾ ਹੈ ਮਾਤਾ ਮੱਤ ਪਿਤਾ ਸੰਤੋਖ, ਕਿਉਂਕਿ ਮੱਤ ਦੀ ਗੋਦ ਦੇ ਵਿੱਚ ਹੀ ਬੰਦਾ ਪਲਦਾ ਹੈ, ਮੱਤ ਅਨੁਸਾਰ ਹੀ ਬੰਦਾ ਚੱਲਦਾ ਹੈ। ਹੁਣ ਇੱਥੇ ਗੁਰੂ ਕੌਣ ਹੈ? ਕਿਉਂਕਿ ਜਿਹੜਾ ਬ੍ਰਾਹਮਣ ਹੈ, ਪੁਜਾਰੀ ਹੈ ਨਾ, ਉਹ ਜਗਤ ਦਾ ਗੁਰੂ ਬਣਿਆ ਹੋਇਆ ਸੀ। ਭਗਤ ਕਬੀਰ ਜੀ ਨੇ ਆਪਣੇ ਸ਼ਲੋਕਾਂ ਵਿੱਚ ਬਚਨ ਕੀਤਾ ਹੈ, ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾਹੇ, ਅਰਜ ਉਰਜ ਕੇ ਪਛ ਮੁਆ, ਚਾਰੋਂ ਵੇਦੋਂ ਮਾਹੇ। ਉਹ ਗੁਰੂ ਸੀ, ਲੋਕ ਉਹਨੂੰ ਗੁਰੂ ਮੰਨਦੇ ਸਨ। ਪਾਵਨ ਬਾਣੀ ਵਿੱਚ ਵੀ ਬਚਨ ਆਇਆ ਹੈ ਕਿ ਟਿੱਕਾ ਜਿਹੜਾ ਪਾਣ ਤੋਂ ਬਾਅਦ ਜਿਹੜਾ ਹੈ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ, ਕਿ ਉਹ ਕੰਨ ਦੇ ਵਿੱਚ ਸਿੱਖਿਆ ਦਿੰਦਾ ਹੈ ਤੇ ਉਹਦਾ ਉਹ ਗੁਰੂ ਬਣ ਜਾਂਦਾ ਹੈ। ਯਾਨੀ ਉਸ ਗੁਰੂ ਦੀ ਫਿਰ ਬ੍ਰਾਹਮਣ ਦੀ, ਪੁਜਾਰੀ ਦੀ ਅਗਵਾਈ ਦੇ ਵਿੱਚ ਲੋਕ ਜ਼ਿੰਦਗੀ ਜੀਂਦੇ ਨੇ, ਔਰ ਜਨਮ ਤੋਂ ਲੈ ਕੇ ਮਰਨ ਤੱਕ ਉਸਨੇ ਆਪਣੀ ਗ੍ਰਿਫਤ ਦੇ ਵਿੱਚ ਲੋਕਾਂ ਨੂੰ ਲਿਆ ਹੋਇਆ ਹੈ।
ਕਿ ਕਿਸ ਵਕਤ ਬੱਚਾ ਪੈਦਾ ਹੋਏਗਾ ਤੇ ਉਹ ਬੱਚਾ ਚੰਗਾ ਹੋਏਗਾ, ਡਾਕੂ ਬਣੇਗਾ, ਚੋਰ ਬਣੇਗਾ, ਸਾਧ ਬਣੇਗਾ, ਇਹ ਕੌਣ ਦੱਸੇਗਾ ਜੀ? ਕੋਈ ਜੋਤਸ਼ੀ ਦੱਸੇਗਾ। ਜਨਮ ਦੇ ਸਮੇਂ ਉਹਦਾ ਨਾਮ ਲਿਖਣਾ ਹੈ, ਕੁੰਡਲੀ ਬਣਾਣੀ ਹੈ ਜਾਂ ਪੱਤਰੀ ਲਿਖਣੀ ਹੈ, ਉਹਦੇ ਵਾਸਤੇ ਉਹ ਚਾਹੀਦਾ ਹੈ। ਸਕੂਲੇ ਭੇਜਣਾ ਹੈ ਤੇ ਬ੍ਰਾਹਮਣ ਤੋਂ ਪੁੱਛਣਾ ਪੈਣਾ ਕਿ ਕਿਹੜਾ ਦਿਨ ਸ਼ੁਭ ਰਹੇਗਾ। ਜੇ ਪੈਲੀ ਵਿੱਚ ਬੀਜ ਬੀਜਣਾ ਤੇ ਉਹ ਦੱਸੇਗਾ ਕਿ ਜ਼ਮੀਨ ਕਦੋਂ ਸੁੱਤੀ ਹੈ, ਕਦੋਂ ਜਾਗਦੀ ਹੈ। ਮੈਨੂੰ ਹੁਣ ਯਾਦ ਆਉਂਦਾ ਕਈ ਵਾਰ ਕਿ ਜਦੋਂ ਅਸੀਂ ਬੱਚੇ ਹੁੰਦੇ ਸਨ, ਹਲ ਵਾਹੀਦਾ ਸੀ ਤੇ ਉਦੋਂ ਕਹਿੰਦੇ ਹੁੰਦੇ ਸਨ ਵੀ ਅੱਜ ਜਿਹੜੀ ਹੈ ਨਾ ਸ਼ੁੱਕਰਵਾਰ ਵਾਲੇ ਦਿਨ ਧਰਤੀ ਸੁੱਤੀ ਹੁੰਦੀ, ਅੱਜ ਹਲ ਨਹੀਂ ਵਾਹਣਾ। ਕਈ ਐਸੇ ਵਹਿਮ ਜਿਹੜੇ ਨੇ ਪਾਏ ਹੁੰਦੇ ਸਨ। ਤੇ ਦੱਸਦਾ ਕੌਣ ਸੀ? ਪੁਜਾਰੀ। ਜ਼ਿੰਦਗੀ ਕਿਵੇਂ ਜੀਣੀ ਹੈ, ਵਿਆਹ ਦਾ ਸਾਇਆ ਉਹਨੇ ਕੱਢਣਾ ਹੈ, ਕੌਣ ਮਤਲਬ ਮੰਗਲੀਕ ਹੈ, ਕਦੋਂ ਪੰਚਕ ਨੇ, ਕਦੋਂ ਗੰਡ ਮੂਲ ਨੇ, ਇਹ ਕਿੰਨੇ ਸਾਰੇ ਚੱਕਰ। ਜਦੋਂ ਬੰਦਾ ਮਰੇ ਤੇ ਉਦੋਂ ਕਿਹੜੇ ਕਿਹੜੇ ਦੀਵੇ ਜਗਾਣੇ ਨੇ, ਸਾੜਨਾ ਉਹਨੂੰ ਕਿਵੇਂ ਹੈ, ਮਰਨ ਲੱਗਿਆ ਕਿਰਿਆ ਕਰਮ ਕੀ ਕਰਨੀ ਹੈ, ਫੁੱਲ ਕਿਵੇਂ ਤਾਰਨੇ ਨੇ, ਮਰਨ ਤੋਂ ਬਾਅਦ ਕਿਰਿਆ ਕਰਮ ਹੈ, ਫਿਰ ਸਰਾਧ ਨੇ, ਫਿਰ ਹਰ ਸਾਲ ਬਰਸੀ, ਯਾਨੀ ਜਨਮ ਤੋਂ ਲੈ ਕੇ ਮਰਨ ਤੋਂ ਬਾਅਦ ਤੱਕ ਵੀ ਲੋਕ ਪੁਜਾਰੀ ਦੀ ਗ੍ਰਿਫਤ ਦੇ ਵਿੱਚ ਸਨ। ਭਰਮ ਭੇਦ ਭਰਮ ਲੋਕਾਂ ਦੇ ਅੰਦਰੋਂ ਨਹੀਂ ਗਏ। ਤਾਂ ਇੱਥੇ ਮਾਏ ਮੁੰਡੋਂ ਦਾ ਮਤਲਬ ਹੈਗਾ ਕਿ ਮੈਂ ਉਸ ਗੁਰੂ ਦੀ ਮੱਤ ਨੂੰ ਮੁੰਨ ਦਿਆਂ, ਖਤਮ ਕਰ ਦਿਆਂ। ਤੇ ਇਹ ਗੁਰੂ ਕੀ, ਉਸ ਗੁਰੂ ਦੀ ਜਾਤੇ ਭਰਮ ਨਾ ਜਾਏ, ਜਿਸ ਤੋਂ ਆਪਣੇ ਸ਼ਰਨ ਆਇਆਂ ਦਾ ਭਰਮ ਹੀ ਦੂਰ ਨਹੀਂ ਹੁੰਦਾ, ਜਿਹਦੀ ਸ਼ਰਨ ਵਿੱਚ ਆਇਆ ਭਟਕਣਾ ਹੀ ਨਹੀਂ ਮਿਟਦੀ, ਭੁਲੇਖਾ ਹੀ ਨਹੀਂ ਮਿਟਦਾ। ਕਿੱਡੇ ਵੱਡੇ ਭੁਲੇਖੇ ਨੇ ਕਿ ਰੱਬ ਉੱਤੇ ਬੈਠਾ ਹੈ, ਭੁਲੇਖਾ ਹੀ ਸੀ ਨਾ ਪਾਇਆ। ਕਿੰਨੇ ਸਾਰੇ ਭੁਲੇਖੇ ਸਨ ਜਿਹੜੇ ਪਾਏ ਹੋਏ ਸਨ ਕਿ ਉੱਥੇ ਚੰਦਰਮਾ ਦੇ ਉੱਤੇ ਉਹ ਇੱਕ ਮਾਈ ਚਰਖਾ ਕਰਦੀ ਹੈ, ਹਾਲੀ ਵੀ ਕੱਤੀ ਜਾ ਰਹੀ ਹੈ। ਚੰਦਰਮਾ ਨੂੰ ਜੀ ਉਹਨੇ ਪਰਨਾ ਮਾਰਿਆ ਸੀ, ਯਾਗਵਲ ਉਹ ਰਿਸ਼ੀ ਨੇ, ਗੌਤਮ ਨੇ, ਤਾਂ ਉਹਦੇ ਉੱਤੇ ਦਾਗ ਪੈ ਗਿਆ। ਧਰਤੀ ਨੂੰ ਜੀ ਬੈਲ ਨੇ ਚੁੱਕਿਆ ਹੋਇਆ ਹੈ ਸਿੰਘਾਂ ਦੇ ਉੱਤੇ। ਕਿੰਨੇ ਭਰਮ ਸਨ ਨਾ। ਪੂਰਬ ਦਿਸ਼ਾ ਵੱਲ ਹੁਣ ਜੇ ਤੁਹਾਡੇ ਪਿੱਛੇ ਕੋਈ ਜਾਂਦਾ ਨਿਛ ਮਾਰਦਾ ਤਾਂ ਬੜਾ ਅਸ਼ੁਭ ਹੈ। ਮੈਂ ਉੱਥੇ ਪਿੰਡ ਸਾ ਇੱਕ ਵਾਰੀ ਤੇ ਕਿਸ ਦੇ ਘਰ ਗਏ ਤੇ ਮੈਨੂੰ ਕਹਿਣ ਲੱਗੀ, ਗਿਆਨ ਜੀ ਉਹ ਕੁੱਤਾ ਨੇ ਕੰਨ ਫਟਕ ਦਿੱਤੇ। ਤੇ ਮਾਤਾ ਕਹਿਣ ਲੱਗੀ, ਗਿਆਨ ਜੀ ਬਹਿ ਜਾਓ 2 ਮਿੰਟ। ਮੈਂ ਕਿਹਾ ਕਿਉਂ ਮਾਤਾ? ਮੈਂ ਚੱਲਦਾ। ਕਹਿੰਦੀ ਨਹੀਂ, ਕੰਨ ਕੁੱਤੇ ਨੇ ਕੰਨ ਫਟਕ ਦਿੱਤੇ ਨੇ, ਅਸ਼ੁਭ ਹੁੰਦਾ ਹੈ। ਮੈਂ ਕਿਹਾ ਕੁੱਤਾ ਛੈਣੇ ਥੋੜੀ ਵਜਾਏਗਾ, ਕੰਨ ਨਹੀਂ ਫਟਕੇਗਾ ਵਿਚਾਰਾ। ਯਾਨੀ ਕਿੰਨੇ ਸਾਰੇ ਵਹਿਮ, ਕਿੰਨੇ ਭਰਮ ਅੱਜ ਵੀ ਪਏ ਹੋਏ ਨੇ। ਅੱਜ ਵੀ ਲੋਕ, ਪਿੱਛੇ ਇੱਕ ਬਹੁਤ ਵੱਡੇ ਐਕਟਰ ਦੇ ਬੱਚੇ ਦਾ ਵਿਆਹ ਸੀ ਤੇ ਬ੍ਰਾਹਮਣ ਨੇ ਦੱਸਤਾ ਵੀ ਇਹ ਜੇ ਇਹਦੇ ਨਾਲ ਵਿਆਹ ਕਰੋਗੇ ਤੇ ਹੈਗਾ ਮੰਗਲੀਕ ਤੇ ਇਹ ਮਰ ਜਾਏਗਾ, ਇਸ ਲਈ ਪਹਿਲਾਂ ਇਹਦਾ ਵਿਆਹ ਕਿਸੇ ਪਿੱਪਲ ਦੇ ਨਾਲ ਕੀਤਾ ਤੇ ਪਿੱਪਲ ਤੋਂ ਬਾਅਦ ਫਿਰ ਉਸ ਬੰਦੇ ਨਾਲ ਕੀਤਾ ਵਿਆਹ। ਤੇ ਉਹ ਪਿੱਪਲ ਜਿਹੜੇ ਨਾਲ ਵਿਆਹ ਕੀਤਾ, ਫਿਰ ਉਹਨੂੰ ਤਲਾਕ ਦਵਾਈ ਤੇ ਫਿਰ ਦੂਜੇ ਨਾਲ ਮੁੰਡੇ ਨਾਲ ਵਿਆਹ ਕੀਤਾ। ਤੇ ਉਹ ਪਿੱਪਲ ਹਾਲੇ ਵੀ ਚੰਗਾ ਭਲਾ ਖੜਾ ਹੈ, ਜਾਂ ਤੇ ਉਹ ਪਿੱਪਲ ਮਰ ਜਾਂਦਾ, ਸੁੱਕ ਜਾਂਦਾ ਨਾ ਵਿਆਹ ਕਰਾਉਣ ਤੋਂ ਬਾਅਦ। ਕਿੰਨੇ ਵਹਿਮ ਨੇ ਨਾ। ਤਾਂ ਕਬੀਰ ਜੀ ਕਹਿੰਦੇ ਨੇ ਮੈਂ ਐਸੇ ਗੁਰੂ ਦੀ ਮੱਤ ਮੁੰਨਾ। ਮੁੰਨਣ ਦਾ ਮਤਲਬ ਵੀ ਖਤਮ ਕਰਾਂ ਉਹਨੂੰ। ਮੈਂ ਨਹੀਂ ਉਸ ਗੁਰੂ ਦੀ ਮੱਤ ਨੂੰ ਮੰਨਦਾ। ਜਾਤੇ ਭਰਮ ਨਾ ਜਾਏ, ਜਿਹਦੇ ਤੋਂ ਭਟਕਣਾ ਹੀ ਨਹੀਂ ਖਤਮ ਹੁੰਦੀ, ਜਿਹਦੀ ਸ਼ਰਨ ਵਿੱਚ ਜਾ ਕੇ ਭਟਕਣਾ ਹੀ ਨਹੀਂ ਮੁੱਕਦੀ, ਮਨ ਟਿਕਦਾ ਹੀ ਨਹੀਂ, ਭੁਲੇਖੇ ਹੀ ਨਹੀਂ ਨਿਕਲਦੇ। ਮੈਂ ਉਸ ਮੱਤ ਦਾ ਕਰਨਾ ਕੀ, ਉਸ ਰਾਸਤੇ ਦਾ ਮੈਂ ਕੀ ਕਰਨਾ ਹੈ? ਦੇਖੋ, ਇਹ ਜੁਰਤ ਹੋਣੀ ਚਾਹੀਦੀ ਹੈ। ਜਦੋਂ ਤੱਕ ਆਪਣੇ ਅੰਦਰ ਇਹ ਜੁਰਤ ਪੈਦਾ ਨਹੀਂ ਕਰਾਂਗੇ ਜਾਂ ਨਹੀਂ ਕਰੋਗੇ, ਉਦੋਂ ਤੱਕ ਬਾਤ ਨਹੀਂ ਬਣਨੀ। ਕਿੰਨੀਆਂ ਸਾਰੀਆਂ ਐਸੀਆਂ ਮਨਮਤਾਂ ਜਿਨ੍ਹਾਂ ਨੂੰ ਅਸੀਂ ਆਪਣੇ ਸਿਰ ਤੇ ਚੁੱਕੀ ਫਿਰਦੇ ਹਾਂ, ਜਿਹੜੀਆਂ ਗੁਰਬਾਣੀ ਨੇ ਸਾਡੀਆਂ ਕੱਢੀਆਂ ਨੇ, ਲੇਕਿਨ ਅੱਜ ਵੀ ਸਾਡੇ ਅੰਦਰੋਂ ਉਹ ਨਿਕਲ ਨਹੀਂ ਰਹੀਆਂ। ਜਿਵੇਂ ਸਵਰਗ ਨਰਕ ਵਗੈਰਾ ਬਹੁਤੇ ਲੋਕ ਅੱਜ ਵੀ ਮੰਨੀ ਜਾ ਰਹੇ ਨੇ। ਕਿੰਨਾ ਕੁਛ ਅਸੀਂ ਮੰਨੀ ਜਾ ਰਹੇ ਹਾਂ। ਤੇ ਕਬੀਰ ਜੀ ਕਹਿੰਦੇ ਨੇ ਮੈਂ ਇਹੋ ਜਿਹੇ ਗੁਰੂ ਦੀ ਜਿਹੜੀ ਹੈ ਨਾ ਮੱਤ, ਉਹਨੂੰ ਮੁੰਨਦਾ ਹਾਂ, ਭਾਵ ਖਤਮ ਕਰਦਾ ਹਾਂ, ਜਿਹਦੀ ਸ਼ਰਨ ਵਿੱਚ ਜਾਇਆ ਭਰਮ ਹੀ ਨਹੀਂ ਮਿਟਦੇ, ਜ਼ਿੰਦਗੀ ਦੇ ਭੁਲੇਖੇ ਹੀ ਨਹੀਂ ਨਿਕਲਦੇ। ਆਪ ਡੁੱਬੇ ਚਹੁ ਬੇਦ ਮਹਿ, ਚੇਲੇ ਦੀਏ ਬਹਾਏ। ਕਬੀਰ ਜੀ ਕਹਿੰਦੇ ਨੇ ਇਹ ਲੋਕ ਆਪ ਤਾਂ ਚਵਾਂ ਵੇਦਾਂ ਦੇ ਕਰਮ ਕਾਂਡਾਂ ਵਿੱਚ ਪੈ ਕੇ ਡੁੱਬੇ ਹੋਏ ਨੇ, ਤੇ ਜਿਹੜੇ ਜਿਹੜੇ ਬੰਦੇ ਇਹਨਾਂ ਦੀ ਸ਼ਰਨ ਵਿੱਚ ਜਾਂਦੇ ਨੇ, ਉਹਨਾਂ ਨੂੰ ਵੀ ਉਹਨਾਂ ਇਸੇ ਮੋਹ ਦੇ ਵਿੱਚ ਹੀ ਰੋੜ ਦਿੱਤਾ ਹੈ, ਇਹਨਾਂ ਕਰਮ ਕਾਂਡਾਂ ਦੇ ਵਿੱਚ ਹੀ ਰੋੜ ਦਿੱਤਾ ਹੈ। ਤਾਂ ਕਿੰਨੇ ਕਰਮ ਕਾਂਡ ਅਸੀਂ ਕਰ ਰਹੇ ਹਾਂ। ਜੇ ਅੱਜ ਹੁਣ ਜਿਹੜਾ ਪੁਜਾਰੀ ਵਰਗ ਹੈ, ਉਹ ਪੁਜਾਰੀ ਜਿਹੜਾ ਹੈ, ਚਾਹੇ ਬ੍ਰਾਹਮਣ ਹੋਵੇ ਜਾਂ ਕਿਸੇ ਹੋਰ ਧਰਮ ਦਾ ਹੋਵੇ, ਕਿਸੇ ਵੀ ਰੂਪ ਵਿੱਚ ਹੋਵੇ, ਜਿਹੜਾ ਵੀ ਐਸੇ ਭਰਮ ਭੁਲੇਖੇ ਪਾਉਂਦਾ ਹੈ, ਸਾਰਿਆਂ ਦੀ ਉੱਥੇ ਇਹ ਗੱਲ ਹੋਏਗੀ। ਤੇ ਬ੍ਰਾਹਮਣ ਨੇ ਜਿਹੜਾ ਹੈ, ਬ੍ਰਾਹਮਣ ਕਿਸੇ ਜਾਤ ਦਾ ਨਾਮ ਨਹੀਂ ਹੈ। ਜਿਹੜੇ ਲੋਕ ਇਹ ਕਰਮ ਕਾਂਡਾਂ ਵਿੱਚ ਪਾਉਂਦੇ ਨੇ, ਉਹਨਾਂ ਦੀ ਗੱਲ ਹੈ।
ਤੇ ਜਿਨ੍ਹਾਂ ਨੇ ਕਰਮ ਕਾਂਡਾਂ ਦੇ ਵਿੱਚ ਪਾਇਆ ਆਪ ਵੀ ਡੁੱਬੇ ਨੇ ਤੇ ਦੂਜਿਆਂ ਨੂੰ ਵੀ ਡੂਬ ਰਹੇ ਨੇ। ਇਸ ਲਈ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਸਾਨੂੰ ਯੂਨੀਵਰਸਲ ਜੋ ਟਰੁੱਥ ਹੈ, ਸੱਚ ਹੈ, ਉਹਦੇ ਨਾਲ ਜੁੜਨਾ ਚਾਹੀਦਾ ਹੈ। ਐਵੇਂ ਹੀ ਕਿਸੇ ਦੇ ਪਿੱਛੇ ਨਹੀਂ ਲੱਗ ਜਾਣਾ ਚਾਹੀਦਾ। ਅਖੀਰਲਾ ਸ਼ਲੋਕ ਪੜ੍ਹ ਕੇ ਮੈਂ ਖਿਮਾ ਦਾ ਜਾਚਕ ਹਾਂ। ਕਬੀਰ ਜੇਤੇ ਪਾਪ ਕੀਏ, ਇਹਨੂੰ ਕੀਏ ਨਹੀਂ ਪੜ੍ਹਨਾ, ਕੀਏ ਪੜ੍ਹਨ ਦੇ ਨਾਲ ਥੋੜਾ ਸਿਹਾਰੀ ਭੁੱਲ ਜਾਏਗੀ, ਕੀਏ ਬਿਹਾਰੀ ਬੋਲਣੀ ਹੈ। ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦੁਰਾਏ, ਤਲੇ ਨਹੀਂ ਪੜ੍ਹਨਾ, ਤਲੇ। ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਜੇਤੇ ਪਾਪ ਕੀ ਦਾ ਮਤਲਬ ਜਿੰਨੇ ਵੀ ਪਾਪ ਕੀਤੇ ਨੇ, ਰਾਖੇ ਦਾ ਮਤਲਬ ਰੱਖੇ ਹੋਏ ਨੇ, ਤਲੇ ਦਾ ਮਤਲਬ ਥੱਲੇ, ਦੁਰਾਏ ਦਾ ਮਤਲਬ ਲੁਕਾ ਕੇ, ਕਿ ਜਿੰਨੇ ਵੀ ਪਾਪ ਕੀਤੇ ਨੇ ਉਹ ਲੁਕਾ ਕੇ ਰੱਖੇ ਹੋਏ ਨੇ। ਲੁਕਾ ਕੇ ਕਿਵੇਂ ਰੱਖੇ ਹੋਏ ਨੇ? ਰੱਬ ਦੀ ਯਾਦ ਭੁਲਾਇਆ ਮਨੁੱਖ ਸਰੀਰਕ ਮੋਹ ਵਿੱਚ ਪੈ ਕੇ ਵਿਕਾਰਾਂ ਵਾਲੇ ਰਾਹ ਪੈ ਜਾਂਦਾ ਹੈ। ਜਿਵੇਂ ਤਿਲਕ ਹੈ, ਮਾਲਾ ਹੈ, ਪੂਜਾ ਹੈ, ਧੂਤੀ ਆਦਿ ਕਰਮ ਨੇ, ਧਰਮ ਦੇ ਨਾਲ ਭੇਖ ਵਾਲੇ ਕਰਮ ਨੇ। ਹੁਣ ਕਿੰਨੇ ਸਾਰੇ ਕਰਮ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਪਾਪ ਛੁਪਾਏ ਹੋਏ ਨੇ, ਕਰ ਪਾਪ ਰਹੇ ਨੇ ਤੇ ਉੱਤੋਂ ਧਾਰਮਿਕ ਬਣੇ ਹੋਏ ਨੇ, ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ। ਤੀਰਥਾਂ ਤੇ ਜਾ ਰਹੇ ਨੇ ਲੇਕਿਨ ਝੂਠ ਨਹੀਂ ਛੱਡਿਆ। ਸਵੇਰੇ ਉੱਠ ਕੇ ਸਮਾਧੀ ਲਾ ਰਹੇ ਨੇ ਲੇਕਿਨ ਲੋਭ ਨਹੀਂ ਛੱਡਿਆ, ਭਰਾ ਦੀ ਕੋਠੀ ਤੇ ਕਬਜ਼ਾ ਕੀਤਾ ਹੋਇਆ ਹੈ। ਤਾਂ ਪਾਪ ਕਰਕੇ ਬੰਦਾ ਛੁਪਾਉਂਦਾ ਹੈ। ਜੇ ਕੋਈ ਚੰਗਾ ਕਰਮ ਕਰੇ ਨਾ, ਉਹਦੀ ਉਹ ਮਸ਼ਹੂਰੀ ਕਰਦਾ ਹੈ। ਅਸੀਂ ਜੇ 100 ਰੁਪਈਆ ਵੀ ਕਿਤੇ ਗੁਰਦੁਆਰਾ ਸਾਹਿਬ ਦਵੀਏ ਤਾਂ ਅਸੀਂ ਅਰਦਾਸ ਕਰਾਉਂਦੇ ਹਾਂ ਕਿ ਸਾਡਾ ਨਾਮ ਲਿਆ ਜਾਏ। ਮੈਂ ਨਹੀਂ ਕਹਿ ਰਿਹਾ ਕਿ ਨਾਮ ਨਾ ਲਵੋ, ਲੇਕਿਨ 100 ਰੁਪਈਆ ਵੀ ਦਵੀਏ ਤੇ ਸਾਡਾ ਨਾਮ ਜੇ ਭਾਈ ਜੀ ਨਾ ਬੋਲਣ ਤੇ ਅਸੀਂ ਗੱਲ ਪੈਂਦੇ ਹਾਂ, ਲੋਕ ਪੈਂਦੇ ਨੇ, ਠੀਕ ਹੈ। ਲੇਕਿਨ 100 ਰੁਪਇਆ ਦੇ ਕੇ ਤੇ ਅਸੀਂ ਅਨਾਉਂਸ ਕਰਾ ਰਹੇ ਹਾਂ ਤੇ ਜਿਹੜਾ 10,000 ਪਾਉਂਡ ਕਿਸੇ ਦਾ ਮਾਰਿਆ ਹੋਇਆ ਹੈ ਉਹਦਾ ਅਸੀਂ ਨਾਂ ਨਹੀਂ, ਧੂੰ ਵੀ ਨਹੀਂ ਕੱਢਦੇ, ਉਹ ਛੁਪਾਇਆ ਹੋਇਆ ਨਾ। ਝੂਠ, ਫਰੇਬ, ਕਿੰਨੇ ਸਾਰੇ ਐਸੇ ਕਰਮ ਨੇ ਜੋ ਮਨੁੱਖ ਆਪਣੀਆਂ ਧੀਆਂ ਤੋਂ, ਪੁੱਤਰਾਂ ਤੋਂ, ਭੈਣਾਂ ਤੋਂ, ਭਰਾਵਾਂ ਤੋਂ, ਸਮਾਜ ਤੋਂ ਛਿਪ ਛਿਪ ਕੇ ਕਰਦਾ ਹੈ, ਕਰਦਾ ਰਿਹਾ ਹੈ, ਕਰ ਰਿਹਾ ਹੈ ਜਾਂ ਕਰੇਗਾ। ਜਿਹੜੇ ਆਪਣੇ ਭੈਣਾਂ ਭਰਾਵਾਂ ਪਰਿਵਾਰ ਤੋਂ ਛਿਪ ਕੇ ਕਰਮ ਕੀਤੇ ਨੇ, ਉਹ ਕਰਮ ਸਾਰੇ ਪਾਪ ਨੇ, ਉਹਨਾਂ ਨੂੰ ਬੰਦੇ ਨੇ ਛੁਪਾਇਆ ਹੋਇਆ ਹੈ। ਜ਼ਬਾਨ ਚੋਂ ਬੰਦਾ ਸੱਚੀਆਂ ਗੱਲਾਂ ਕਰ ਰਿਹਾ ਹੈ, ਜ਼ਬਾਨ ਚੋਂ ਬੜੇ ਮਿੱਠੇ ਬੋਲ ਬੋਲ ਰਿਹਾ ਹੈ, ਪਰ ਅੰਦਰ ਸੁਰਤ ਦੇ ਵਿੱਚ ਪਾਪ, ਲੋਭ ਉਹ ਅੰਦਰ ਛਿਪਾਏ ਹੋਏ ਨੇ। ਕਬੀਰ ਜੀ ਕਹਿੰਦੇ ਨੇ ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਨਿਦਾਨ ਦਾ ਮਤਲਬ ਅਖੀਰ ਨੂੰ ਉਹ ਸਾਰੇ ਦੇ ਸਾਰੇ ਉਗੜ ਆਉਂਦੇ ਨੇ ਜਬ ਪੁੱਛੇ ਧਰਮ ਰਾਏ, ਜਦੋਂ ਧਰਮਰਾਜ ਪੁੱਛੇਗਾ। ਹੁਣ ਦੇਖੋ ਧਰਮਰਾਜ ਕੀ ਪੁੱਛੇਗਾ? ਧਰਮਰਾਜ ਦਾ ਮਤਲਬ ਜਦੋਂ ਬੋਲੋਗੇ ਤੇ ਮੈਨੂੰ ਸਮਝ ਆ ਜਾਏਗੀ ਕਿ ਤੁਸੀਂ ਉਹ ਚੀਜ਼ ਯਾਦ ਕੀਤੀ ਹੋਈ ਹੈ, ਮੈਨੂੰ ਤੁਹਾਡੇ ਚਿਹਰਿਆਂ ਤੋਂ ਪਤਾ ਲੱਗ ਜਾਏਗਾ। ਧਰਮਰਾਜ ਦਾ ਮਤਲਬ ਬਜਵਾਂ ਨਿਯਮ, ਬਜਵਾਂ ਨਿਯਮ। ਹੁਣ ਜਦੋਂ ਬਜਵੇਂ ਨਿਯਮ ਦੇ ਅੰਦਰ ਤੁਹਾਡੀ ਜਾਂ ਮੇਰੀ ਜਾਂਚ ਪੜਤਾਲ ਕੀਤੀ ਜਾਏਗੀ ਤੇ ਸਾਰੇ ਪ੍ਰਗਟ ਹੋ ਜਾਣੇ ਨੇ। ਜਿੰਨੇ ਵੀ ਪਾਪ ਕਰਮ ਕੀਤੇ ਨੇ, ਜਦੋਂ ਨਿਯਮ ਦੇ ਅੰਦਰ ਅਸੀਂ ਸਿਸਟਮ ਦੇ ਅੰਦਰ ਉਹਦੀ ਵਿਚਾਰ ਹੋਏਗੀ ਤਾਂ ਉਹ ਤੇ ਸਾਰੇ ਪ੍ਰਗਟ ਹੋ ਜਾਣੇ ਨੇ। ਕਿਵੇਂ ਹੋ ਜਾਣੇ ਨੇ? ਸਪੋਜ਼ ਇੱਥੇ ਗੱਲ ਮੈਂ ਪਾਪ ਦੀ ਨਹੀਂ ਕਰਨ ਲੱਗਾ, ਮੈਂ ਨਿੱਕੀ ਜੀ ਗੱਲ ਵੈਸੇ ਕਰਨ ਲੱਗਾ ਇੱਕ ਨਿਯਮ ਦੀ। ਮੰਨ ਲਓ ਕਿ ਮੈਂ ਲੰਗਰ ਪ੍ਰਸ਼ਾਦਾ ਛਕਦਾ ਹਾਂ ਔਰ ਠੰਡਿਆਈ ਵਾਲੀਆਂ ਚੀਜ਼ਾਂ ਜ਼ਿਆਦੀਆਂ ਖਾਂਦਾ ਹਾਂ ਜਾਂ ਫਾਸਟ ਫੂਡ ਵਗੈਰਾ ਖਾਂਦਾ ਹਾਂ ਔਰ ਖਾਣਾ ਮੈਂ ਚੋਰੀ ਘਰਦਿਆਂ ਤੋਂ, ਤੇ ਕਸਰਤ ਵਗੈਰਾ ਨਹੀਂ ਕਰਦਾ ਤੇ ਮੈਂ ਚੋਰੀ ਖਾਣਾ, ਮੇਰਾ ਕਿਸੇ ਨੂੰ ਨਹੀਂ ਪਤਾ, ਪਰ ਧਰਮਰਾਜ ਨੇ ਤੇ ਨਾਲ ਦੇ ਨਾਲ ਦੱਸ ਦੇਣਾ ਨਾ ਕਿ ਖੁਰਾਕ ਗਲਤ ਖਾ ਰਿਹਾ, ਪੇਟ ਵੱਧ ਜਾਣਾ, ਕੋਈ ਨਾ ਕੋਈ ਬਿਮਾਰੀ ਲੱਗ ਜਾਏਗੀ, ਤਾਂ ਉਹਨੂੰ ਕਿਵੇਂ ਛੁਪਾਓਗੇ? ਜਿਹੜੀ ਤੁਸੀਂ ਕਿਸੇ ਦੇ ਖਿਲਾਫ ਚੁਗਲੀ ਕੀਤੀ, ਕਿਸੇ ਦੀ ਬਦਖੋਈ ਕੀਤੀ ਔਰ ਤੁਸੀਂ ਉਹਦੇ ਤੋਂ ਚੋਰੀ ਕੀਤੀ ਤੇ ਜਿਹਦੇ ਅੱਗੇ ਤੁਸੀਂ ਗੱਲ ਕੀਤੀ ਉਹਨੇ ਜਾ ਕੇ ਉਹਨੂੰ ਦੱਸਿਆ, ਤੇ ਹੁਣ ਤੁਸੀਂ ਕਿਵੇਂ ਛੁਪਾਓਗੇ? ਜਦੋਂ 4 ਬੰਦਿਆਂ ਵਿੱਚ ਪੁੱਛਿਆ ਜਾਏਗਾ ਤੁਸੀਂ ਕਿਹਾ ਸੀ ਕਿ ਉਹ ਬੰਦੇ ਪਾਓਗੇ। ਯਾਨੀ ਇਸ ਦੁਨੀਆ ਦੇ ਅੰਦਰ ਕੋਈ ਵੀ ਚੀਜ਼ ਛੁਪਾਈ ਨਹੀਂ ਜਾ ਸਕਦੀ। ਸਪੋਜ਼ ਤੁਸੀਂ ਕਿੱਕਰਾਂ ਦੇ ਬੀਜ ਬੀਜੇ ਨੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਤੁਸੀਂ ਚਿੱਠੀਆਂ ਪਾ ਦਿਓ ਕਿ ਮੈਂ ਅੰਗੂਰਾਂ ਦਾ ਬਾਗ ਲਾਇਆ ਹੈ
ਤੇ 3 ਸਾਲ ਬਾਅਦ ਆਇਆ ਜੇ, ਫਿਰ ਤੁਹਾਨੂੰ ਅੰਗੂਰਾਂ ਦੀਆਂ ਪੇਟੀਆਂ ਦੇਾਂਗੇ ਭਰ ਭਰ ਕੇ, ਅੰਗੂਰ ਆਪਣੇ ਹੋ ਜਾਣੇ ਨੇ, 5-7 ਕਿੱਲਿਆਂ 'ਚ ਮੈਂ ਅੰਗੂਰ ਲਾ ਦਿੱਤੇ ਨੇ। ਤੇ ਜੇ 3-4 ਸਾਲ ਬਾਅਦ ਰਿਸ਼ਤੇਦਾਰ ਆਉਣ ਤੇ ਉੱਥੇ ਤੇ ਕਿੱਕਰ ਉੱਗਣਗੇ ਨਾ। ਧਰਮਰਾਜ ਇਸੇ ਨੂੰ ਕਹਿੰਦੇ ਨੇ। ਲੋਕਾਂ ਅੱਗੇ ਤੇ ਝੂਠ ਬੋਲ ਦੋਗੇ, ਲੇਕਿਨ ਧਰਮਰਾਜ ਨੇ ਜੋ ਸਿਸਟਮ ਹੈ ਉਹਨੇ ਤੇ ਕਿੱਕਰ ਗਾਣੇ ਨੇ। ਤਾਂ ਕਬੀਰ ਜੀ ਕਹਿੰਦੇ ਨੇ ਜਿਹੜੇ ਕੀਤੇ ਹੋਏ ਕਰਮ ਨੇ ਨਾ ਅੰਦਰ ਛਿਪੇ ਹੋਏ ਨੇ, ਜਦੋਂ ਧਰਮਰਾਜ ਪੁੱਛੇਗਾ ਵਜਵਾਂ ਨਿਯਮ ਦੇ ਵਿੱਚ ਜਦੋਂ ਜਾਂਚ ਪੜਤਾਲ ਹੋਏਗੀ, ਉਦੋਂ ਤਾਂ ਛਿਪਣੇ ਨਹੀਂ ਉਹ। ਇਹਨੂੰ ਆਪਾਂ ਥੋੜਾ ਜਿਹਾ ਸਮਝਣ ਦੀ ਟਰਾਈ ਕਰਨੀ ਹੈ। ਮੰਨ ਲਓ ਮੈਂ ਨੈਗੇਟਿਵ ਸੋਚਦਾ ਹਾਂ, ਪਾਪ ਵਿਕਾਰ ਨੇ, ਤਾਂ ਹੁਣ ਮੇਰੇ ਮਨ ਨੂੰ ਸ਼ਾਂਤੀ ਤਾਂ ਨਹੀਂ ਨਾ ਰਹਿਣੀ। ਤੁਹਾਨੂੰ ਨਹੀਂ ਪਤਾ ਮੈਂ ਚੋਰੀ ਕੀਤੀ ਹੈ, ਪਰ ਜਿਹੜਾ ਵਜਵਾਂ ਨਿਯਮ ਹੈ ਉਹ ਤੇ ਮੈਨੂੰ ਹਰ ਟਾਈਮ ਅੰਦਰੋਂ ਡਰਾ ਰਿਹਾ ਵੀ ਜੇ ਚੋਰੀ ਦਾ ਪਤਾ ਲੱਗ ਗਿਆ ਫਿਰ ਕੀ ਬਣੇਗਾ। ਹੁਣ ਪਛਤਾਵਾ, ਡਰ, ਉਹਨੂੰ ਮੈਂ ਕਿਵੇਂ ਛੁਪਾਵਾਂਗਾ। ਇਸ ਲਈ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਬਾਹਰ ਦੇ ਵਿਖਾਵੇ ਦੇ ਨਾਲ ਕੁਛ ਨਹੀਂ ਬਣਦਾ। ਤੁਸੀਂ ਧਾਰਮਿਕ ਪਹਿਨਾਵੇ ਪਹਿਨ ਲਓ, ਤੁਸੀਂ ਵਰਤ ਨਰਾਤੇ ਕਰ ਲਓ, ਗੰਗਾ ਦੇ ਕਿਨਾਰੇ ਜਾ ਕੇ ਘਰ ਬਣਾ ਲਓ, ਜਾਂ ਪਿਛਲੇ ਜਿਹੜੇ ਸਾਰੇ ਸ਼ਲੋਕ ਅਸੀਂ ਵਿਚਾਰੇ ਨੇ, ਜੇ ਤੁਹਾਡੀ ਜ਼ਿੰਦਗੀ ਨਹੀਂ ਬਦਲੀ, ਜੇ ਸੋਚ ਨਹੀਂ ਬਦਲੀ, ਤਾਂ ਫਿਰ ਕਿਸੇ ਨੇ ਤੁਹਾਡਾ ਕੱਪੜੇ ਨਹੀਂ ਵੇਖਣੇ। ਜਿਹੜੇ ਪਾਪ ਕੀਤੇ ਨੇ ਉਹਨਾਂ ਦਾ ਲੇਖਾ ਦੇਣਾ ਪੈਣਾ। ਜਿਵੇਂ ਹੁਣ 2-3 ਸਾਡੇ ਵੱਡੇ ਵੱਡੇ ਬਾਬੇ ਅਖਵਾਨ ਵਾਲੇ, ਜਿਨ੍ਹਾਂ ਨੂੰ ਕੋਈ ਪਿਤਾ ਜੀ ਕਹਿੰਦਾ ਸੀ ਤੇ ਕੋਈ ਕਿਸੇ ਨੂੰ ਬਾਪੂ ਜੀ ਕਹਿੰਦਾ ਸੀ, ਤੇ ਬੜੇ ਵੱਡੇ ਵੱਡੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਵਰਗੀਆਂ ਵਰਦੀਆਂ ਵੀ ਪਾਉਣ ਦਾ ਪਖੰਡ ਕੀਤਾ, ਲੇਕਿਨ ਉਹਨੂੰ ਕੱਪੜਿਆਂ ਦੇ ਅੰਦਰ ਨਹੀਂ ਨਾ ਛਿਪੇ। ਕੱਪੜਿਆਂ ਵਿੱਚ ਵਿਖਾਵੇ ਦੇ ਨਾਲ ਕਿਵੇਂ ਛੁਪਾ ਲਓ। ਇਸ ਲਈ ਸਾਨੂੰ ਇਸ ਸ਼ਲੋਕ ਰਾਹੀਂ ਸਮਝਾਇਆ ਜਾ ਰਿਹਾ ਹੈ ਕਿ ਭਾਈ ਵਿਖਾਵੇ ਦੇ ਨਾਲ ਕਦੇ ਵੀ ਜ਼ਿੰਦਗੀ ਦੇ ਅੰਦਰ ਸੁੱਖ ਔਰ ਸ਼ਾਂਤੀ ਨਹੀਂ ਆ ਸਕਦੀ। ਜਿੰਨੇ ਵੀ ਪਾਪ ਨੇ, ਜਿੰਨੇ ਵੀ ਵਿਕਾਰ ਨੇ, ਉਹਨਾਂ ਦਾ ਫਲ ਤੁਹਾਨੂੰ ਇਸ ਦੁਨੀਆ ਦੇ ਅੰਦਰ ਰਹਿੰਦਿਆਂ ਹੋਇਆਂ ਭੁਗਤਣਾ ਪਵੇਗਾ। ਯਾਨੀ ਤੁਹਾਡੀ ਜ਼ਿੰਦਗੀ ਦੇ ਅੰਦਰ ਸੁੱਖ ਸ਼ਾਂਤੀ ਨਹੀਂ ਰਹੇਗੀ। ਤੁਹਾਡੇ ਜੀਵਨ ਦੀ ਸ਼ਾਂਤੀ ਭੰਗ ਹੋ ਜਾਏਗੀ ਜੇਕਰ ਤੁਸੀਂ ਸ਼ੁਭ ਗੁਣਾਂ ਦੇ ਨਾਲ ਨਹੀਂ ਜੁੜੋਗੇ। ਰੱਬੀ ਰਜ਼ਾ ਦੇ ਅੰਦਰ ਜੈਸੇ ਕੋਈ ਕਰਮ ਕਰਦਾ ਹੈ ਵੈਸਾ ਫਲ ਉਸ ਨੂੰ ਭੁਗਤਣਾ ਪੈਂਦਾ ਹੈ। ਇਸ ਲਈ ਜ਼ਰੂਰਤ ਹੈ ਕਿ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀਏ ਔਰ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਿਆ ਕਰਨ ਦਾ ਯਤਨ ਕਰੀਏ।